ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪਹਿਲਾ। ਸਾਚੈ ਮੇਲੇ ਸ਼ਬਦ ਮਿਲਾਏ, ਜਾਂ ਤਿਸ ਪਾਣਾ ਸਹਿਜ ਸਮਾਏ। ਤ੍ਰਿ ਭਵਨ ਜੋਤ ਧਰੀ ਪਰਮੇਸ਼ਵਰਾ, ਅਵਰ ਨਾ ਦੂਜਾ ਭਾਈ ਹੈ। ਸਾਚੈ ਮੇਲੇ ਸ਼ਬਦ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਬਾਦਸ਼ਾਹੀਆਂ ਦੀ ਆਤਮਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਬਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮਾਰੂ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਸਾਚੈ ਮੇਲੇ ਸ਼ਬਦ ਮਿਲਾਏ। ਸੱਚੇ ਪਰਮੇਸ਼ਰ ਨੇ ਉਹ ਪੁਰਖ ਆਪਣੇ ਵਿੱਚ ਮੇਲ ਲਏ ਨੇ, ਜੋ ਗੁਰੂ ਦੇ ਉਪਦੇਸ਼ ਵਿੱਚ ਮਿਲਾਉਣਾ ਕੀਤੇ ਹਨ। ਇਸੇ ਪ੍ਰਕਾਰ ਸਾਚੈ ਮੇਲੇ ਸ਼ਬਦ ਮਿਲਾਏ। ਜਿਨ੍ਹਾਂ ਨੇ ਗੁਰੂ ਸ਼ਬਦ ਵਿੱਚ ਆਪਣਾ ਚਿੱਤ ਮਿਲਾਇਆ ਹੈ, ਉਹ ਗੁਰੂ ਜੀ ਨੇ ਸੱਚੀ ਅਕਾਲ ਪੁਰਖ ਦੇ ਸਰੂਪ ਦੇ ਵਿੱਚ ਮੇਲ ਦਿੱਤੇ ਹਨ। ਜਾਂ ਤਿਸ ਪਾਣਾ ਸਹਿਜ ਸਮਾਏ। ਜਦ ਤਿਸ ਵਾਹਿਗੁਰੂ ਨੂੰ ਭਾ ਜਾਂਦਾ ਹੈ, ਤਦ ਉਹ ਸੁਭਾਵਕ ਹੀ ਸੱਚ ਸਰੂਪ ਦੇ ਵਿੱਚ ਸਮਾ ਜਾਂਦੇ ਹਨ। ਤ੍ਰਿ ਭਵਨ ਜੋਤ ਧਰੀ ਪਰਮੇਸ਼ਵਰ। ਇਹ ਭਾਈ ਤਿੰਨਾਂ ਲੋਕਾਂ ਵਿੱਚ ਪਰਮੇਸ਼ਰ ਨੇ ਆਪਣੀ ਚੇਤਨ ਸੱਤਾ ਰੂਪ ਜੋਤ ਰੱਖੀ ਹੋਈ ਹੈ। ਅਵਰ ਨਾ ਦੂਜਾ ਪਾਈ ਹੈ। ਉਸ ਤੋਂ ਬਿਨਾਂ ਅਵਰ ਅਸਥਾਨ ਵਿੱਚ ਹੋਰ ਕੋਈ ਵੀ ਰੱਖਿਅਕ ਨਹੀਂ ਹੈ। ਹੇ ਮੇਰੇ ਭਰਾਵੋ, ਜਿਸ ਕੇ ਚਾਕਰ ਤਿਸ ਕੀ ਸੇਵਾ। ਲੋਕ ਇੱਕ ਦੂਜੇ ਦੀ ਖੁਸ਼ਾਮਦੀ ਕਰਦੇ ਨੇ, ਇੱਕ ਦੂਜੇ ਵੱਲ ਝਾਕ ਰੱਖਦੇ ਹਨ, ਪਰ ਜਿਹੜੇ ਰੱਬ ਦੇ ਪਿਆਰ ਵਾਲੇ ਸੰਤ ਜਨ ਨੇ, ਧੰਨ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਖ, ਭਾਈ ਗੁਰਦਾਸ ਸਾਹਿਬ ਜੀ ਵਰਗੇ ਪ੍ਰਚਾਰਕ ਕਥਾ ਵਾਚਕ ਬ੍ਰਹਮ ਗਿਆਨੀ, ਉਹ ਸੰਤ ਜਨ ਜਿਸ ਵਾਹਿਗੁਰੂ ਦੇ ਸੇਵਕ ਬਣੇ ਨੇ, ਉਹ ਉਸੇ ਦੀ ਹੀ ਸੇਵਾ ਟਹਿਲ ਕਰਦੇ ਹਨ। ਸ਼ਬਦ ਬਦੀਜੈ ਅਲਖ ਅਪੇਵਾ। ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ, ਗੁਰਾਂ ਤੋਂ ਬਿਨਾਂ ਭੇਦ ਰਹਿਤ ਪਰਮਾਤਮਾ ਗੁਰੂ ਦੇ ਉਪਦੇਸ਼ ਦੀ ਕਮਾਈ ਕਰਨ ਤੋਂ ਹੀ ਪ੍ਰਸੰਨ ਹੁੰਦਾ ਹੈ। ਭਗਤਾ ਕਾ ਗੁਣਕਾਰੀ ਕਰਤਾ। ਕਰਤਾ ਰਚਨਹਾਰ ਪਰਮਾਤਮਾ ਭਗਤਾਂ ਦਾ ਉਪਕਾਰੀ ਹੈ।
ਜਾਂ ਭਗਤਾਂ ਨੂੰ ਗੁਣ ਵਿਸ਼ਿਆਂ ਦੀ ਨਿਵਰਤੀ ਵਾਲੀ ਵਾਹਿਗੁਰੂ ਨਾਮ ਦੀ ਜਿਹੜੀ ਕਾਰੀ ਦਵਾਈ ਹੈ ਉਹ ਦੇਣਾ ਕਰਦਾ ਹੈ। ਬਖਸ਼ ਲਈ ਵਡਿਆਈ ਹੈ। ਅਤੇ ਆਪਣੇ ਨਾਮ ਦੀ ਵਡਿਆਈ ਸੁਭਾ ਦੇ ਕੇ ਉਹਨਾਂ ਨੂੰ ਬਖਸ਼ ਲੈਂਦਾ ਹੈ। ਦੇਂਦੇ ਟੋਟ ਨ ਆਵੈ ਸਾਚੇ। ਸੱਚੇ ਪਰਮੇਸ਼ਰ ਨੂੰ ਦਾਤ ਦਿੰਦਿਆਂ ਘਾਟਾ ਨਹੀਂ ਆਉਂਦਾ। ਦੋਨਾਂ ਹੱਥਾਂ ਨਾਲ ਮਹਾਰਾਜ ਵਰਤਾਉਂਦਾ ਹੈ। ਲੈ ਲੈ ਮੁੱਕਰ ਪਾਉਂਦੇ ਕਾਚੇ। ਪਰ ਕੱਚੇ ਮਰਨ ਵਾਲੇ ਜਿਹੜੇ ਮੂਰਖ ਪੁਰਖ ਨੇ ਉਹ ਦਾਤ ਲੈ ਕਰਕੇ ਵੀ ਮੁੱਕਰ ਪੈਂਦੇ ਹਨ ਕਿ ਸਾਨੂੰ ਲਾਲਾਂ ਵਾਲੇ ਪੀਰ ਨੇ ਦਿੱਤਾ ਹੈ, ਸਾਨੂੰ ਤਾਂ ਫਲਾਣੀ ਦੇਵੀ ਨੇ ਦਿੱਤਾ ਹੈ, ਸਾਨੂੰ ਤਾਂ ਦੇਵਤੇ ਨੇ ਦਿੱਤਾ ਹੈ। ਦੁਨੀਆ ਖਾਂਦੀ ਰੱਬ ਦਾ ਹੈ, ਭੋਗ ਦੀ ਪਰਮਾਤਮਾ ਦਾ ਹੈ। ਵੇਖੋ ਸਵਾਸ ਉਹਨੇ ਦਿੱਤੇ ਹੋਏ ਹਨ, ਜਨਮ ਉਹਨੇ ਦਿੱਤਾ ਹੋਇਆ ਹੈ, ਪਰ ਜਨਮ ਦਿਨ ਮਨਾਈ ਦਾ ਕਿਤੇ ਹੈ। ਵਧਾਈਆਂ ਕਿਸੇ ਨੂੰ ਦੇਈਦੀਆਂ, ਦੇਣ ਵਾਲਾ ਰੱਬ ਹੈ। ਕਿੰਨੀ ਦੁਨੀਆ ਮੂਰਖ ਹੈ। ਵੇਖੋ ਬੰਦਾ ਗੁਰਦੁਆਰੇ ਆਏ, ਕੋਈ ਮੱਥਾ ਟੇਕੇ, ਆਪਦੇ ਬੱਚੇ ਦੇ ਸਿਰ 'ਤੇ ਹੱਥ ਰੱਖੇ, ਮਹਾਰਾਜ ਦੀ ਚਰਨ ਧੂੜ ਲਾ ਕੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਕਿਰਪਾ ਕਰੋ, ਕਿਉਂਕਿ ਜਾਤ ਇਸ ਭਾਣਾ ਦਾ ਜਨਮਿਆ, ਜਨਮ ਤਾਂ ਉਹਨੇ ਹੀ ਦਿੱਤਾ ਹੈ, ਹੋਰ ਕੌਣ ਦੇਣ ਵਾਲਾ ਹੈ। ਮੂਰਖ ਬੰਦੇ ਲੈ ਕੇ ਦਾਤਾਂ ਮੁੱਕਰ ਪੈਂਦੇ ਹਨ। ਕੀਤੇ ਲੈ ਮੁੱਕਰ ਪਾਹੇ, ਕੀਤੇ ਮੂਰਖ ਖਾਹੀ ਖਾਹੇ। ਮੂਰਖ ਖਾਈ ਵੀ ਖਾਈ ਜਾਂਦੇ ਨੇ ਤੇ ਮੁੱਕਰੀ ਵੀ ਜਾਂਦੇ ਹਨ। ਮੂਲ ਨ ਬੂਝਾ ਹੈ, ਸਾਚ ਨ ਰੀਝਾ ਹੈ। ਉਹ ਹੰਕਾਰ ਕਰਦੇ ਨੇ। ਜਿਹੜਾ ਮੁੱਢ ਹੈ, ਮਤਲਬ ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਇਹ ਜਿਹੜਾ ਮੂਲ ਮੁੱਢ ਇਹ ਗੰਦਾ ਹੈ। ਰਕਤ ਬਿੰਦ ਕਾ ਇਹੋ ਤਨੋ, ਅਗਨੀ ਪਾਸ ਪੁਰਾਣ, ਇਹਨੂੰ ਪਹਿਚਾਣਦੇ ਨਹੀਂ ਹਨ ਕਿ ਸਾਡਾ ਮੂਲ ਕੀ ਹੈ। ਹੰਕਾਰ ਦੇ ਵਿੱਚ ਆਫਰੇ ਫਿਰਦੇ ਨੇ, ਜਾਂ ਆਪਣਾ ਜਿਹੜਾ ਮੂਲ ਕਾਰਨ ਰੂਪ ਬ੍ਰਹਮ ਹੈ ਉਹਨੂੰ ਗੁਰਾਂ ਦੁਆਰਾ ਸਮਝਦੇ ਨਹੀਂ ਹਨ। ਸੱਚੇ ਪਰਮੇਸ਼ਰ ਵਿੱਚ ਮਨ ਲਾ ਕੇ ਪ੍ਰਸੰਨ ਨਹੀਂ ਹੁੰਦੇ। ਦੂਜੈ ਪਰਮ ਭਲਾਈ ਹੈ। ਇਉਂ ਦੁਐਤ ਭਾਵ ਨੇ ਸਾਰੀ ਸ੍ਰਿਸ਼ਟੀ ਭਰਮ ਦੇ ਵਿੱਚ ਭੁਲਾਈ ਹੋਈ ਹੈ। ਗੁਰਮੁਖ ਜਾਗ ਰਹੇ ਦਿਨ ਰਾਤੀ। ਗੁਰਮੁਖ ਜਨ ਦਿਨ ਰਾਤ ਗਿਆਨ ਅਵਸਥਾ ਵਿੱਚ ਜਾਗ ਰਹੇ ਹਨ। ਸਾਚੇ ਕੀ ਲੇਵਾ ਗੁਰਮਤਿ ਜਾਤੀ। ਉਹਨਾਂ ਨੇ ਗੁਰਾਂ ਦੀ ਸਿੱਖਿਆ ਦੁਆਰਾ ਸੱਚੇ ਦੀ ਪ੍ਰੀਤੀ ਜਾਣਨਾ ਕੀਤੀ ਹੈ, ਜਾਂ ਸੱਚੇ ਵਿੱਚ ਲਿਵ ਜੋੜਨੀ ਜਾਣੀ ਹੈ। ਮਨ ਮੁਖ ਸੋਏ ਰਹੇ ਸੇ ਲੂਟੇ। ਮਨ ਦੇ ਪਿੱਛੇ ਲੱਗਣ ਵਾਲੇ ਮੂਰਖ ਪੁਰਖ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਰਹਿੰਦੇ ਨੇ। ਉਹ ਕਾਮ ਆਦਿਕ ਵਿਕਾਰਾਂ ਕਰਕੇ ਲੁੱਟੇ ਗਏ ਹਨ। ਗੁਰਮੁਖ ਸਾਬਤ ਪਾਈ ਹੈ। ਹੇ ਭਾਈ, ਗੁਰਮੁਖ ਜਨ ਸਹੀ ਸਲਾਮਤ ਦੋਸ਼ ਰਹਿਤ ਹਨ, ਜਾਂ ਗੁਰਮੁਖ ਜਨਾਂ ਦੀ ਨਿਸ਼ਕਾਮ ਕਰਮ ਸਵਾਸਾਂ ਗਿਆਨ ਧਿਆਨ ਆਦਿਕ ਦੀ ਪੂੰਜੀ ਸਾਬਤ ਹੈ। ਕੂੜੇ ਕੂੜੇ ਆਵੈ ਕੂੜੇ ਜਾਵੈ। ਮਨਮੁਖ ਝੂਠ ਵਿੱਚ ਹੀ ਆਉਂਦੇ ਹਨ ਅਤੇ ਝੂਠੇ ਹੀ ਸੰਸਾਰ ਤੋਂ ਤੁਰ ਜਾਂਦੇ ਹਨ। ਸੱਚੇ ਨਾਮ ਦੀ ਕਮਾਈ ਨਹੀਂ ਕਰਦੇ, ਸੱਚੇ ਦੇ ਉੱਪਰ ਚੱਲਦੇ ਨਹੀਂ ਹਨ। ਸਾਚ ਕਹਿ ਤਾਂ ਸ਼ੋਹ ਆਵੇ, ਅੰਤਰ ਬਹੁਤਾ ਰੋਹ ਹੈ। ਜੇ ਕੋਈ ਸੱਚਾ ਨਾਮ ਕਹਿੰਦਾ, ਭਾਵ ਸੁਣਾਉਂਦਾ ਵੀ ਹੈ, ਤਾਂ ਗੁੱਸਾ ਆਉਂਦਾ ਹੈ, ਬਹੁਤ ਜ਼ਿਆਦਾ ਵਿਰੋਧ ਵਿੱਚ ਆ ਜਾਂਦੇ ਹਨ। ਕੂੜੇ ਰਾਤੀ ਕੋੜ ਕਮਾਵੈ। ਉਹਨਾਂ ਦੀ ਬਿਰਤੀ ਝੂਠੇ ਪਦਾਰਥਾਂ ਦੇ ਮੋਹ ਵਿੱਚ ਰੰਗੀ ਹੋਈ ਹੈ। ਉਹ ਦਿਨ ਰਾਤ ਝੂਠ ਹੀ ਕਮਾਉਣਾ ਕਰਦੇ ਹਨ। ਸ਼ਬਦ ਮਿਲੇ ਸੇ ਦਰਗਹ ਪੈਦੇ। ਜੋ ਗੁਰਾਂ ਦੇ ਉਪਦੇਸ਼ ਵਿੱਚ ਮਿਲੇ ਹੋਏ ਹਨ,
ਉਹ ਪਰਮੇਸ਼ਰ ਦੀ ਨਿਆਈ ਸਭਾ ਵਿੱਚ ਜਸ ਰੂਪ ਸਿਰੋਂ ਪਾਉ ਕਰਕੇ ਵਡਿਆਈ ਜਾਂਦੇ ਹਨ। ਗੁਰਮੁਖਾ ਸੁਰਤ ਸਮਾਈ ਹੈ। ਗੁਰਮੁਖਾਂ ਦੇ ਚਿੱਤ ਦੀ ਬਿਰਤੀ ਵਾਹਿਗੁਰੂ ਦੇ ਸਰੂਪ ਦੇ ਵਿੱਚ ਲੀਨ ਰਹਿੰਦੀ ਹੈ। ਕੂੜ ਮੁੱਠੀ ਠੱਗੀ ਠਗਵਾੜੀ। ਸਭ ਸ੍ਰਿਸ਼ਟੀ ਝੂਠ ਕਰਕੇ ਲੁੱਟੀ ਗਈ ਹੈ। ਕਾਮ ਕ੍ਰੋਧ ਆਦਿਕ ਠੱਗਾਂ ਦੀ ਬਗੀਚੀ ਪਾਪ ਕੋ ਸੰਗਤ ਕਰਕੇ ਠੱਗੀ ਗਈ ਹੈ। ਜਿਉ ਵਾੜੀ ਉਜਾੜ ਉਜਾੜੀ। ਜਿਵੇਂ ਬੀਆਬਾਨ ਜੰਗਲ ਵਿੱਚ ਕਿਸੇ ਫੁੱਲਵਾੜੀ ਬਗੀਚੀ ਦੇ ਨਿਖਸਮੀ ਹੋਣ ਕਰਕੇ ਉਜਾੜੀ ਜਾਂਦੀ ਹੈ, ਭਾਵ ਉਸ ਦਾ ਕੋਈ ਰਾਖਾ ਨਾ ਹੋਣ ਕਰਕੇ ਉਜੜ ਜਾਂਦੀ ਹੈ। ਇਸੇ ਪ੍ਰਕਾਰ ਜਿਹੜਾ ਪੁੰਨਾ ਕਰਕੇ ਅੰਦਰ ਸ਼ੁਭ ਗੁਣਾਂ ਦੀ ਵਾੜੀ ਸੀ, ਉਹ ਉਜਾੜ ਪਾਉਣ ਵਾਲੇ ਕਾਮ ਕ੍ਰੋਧ ਆਦਿਕਾਂ ਨੇ ਗੁਰੂ ਸਿਮਰਨ ਭਜਨ ਰੂਪ ਰਾਖੇ ਤੋਂ ਬਿਨਾਂ ਜਾਣ ਕੇ ਉਜਾੜ ਦਿੱਤੀ ਹੈ। ਨਾਮ ਬਿਨਾ ਕਿਸ ਸਾਧ ਨ ਲੱਗੈ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੁਝ ਵੀ ਪਦਾਰਥ ਰਸਦਾਇਕ ਨਹੀਂ ਲੱਗਦਾ। ਹਰ ਬਿਸਰਿਆ ਦੁਖ ਪਾਈ ਹੈ। ਹਰੀ ਪਰਮੇਸ਼ਰ ਦੇ ਭੁੱਲਣ ਕਰਕੇ ਜੰਮਣ ਮਰਨ ਦਾ ਦੁੱਖ ਪਾਉਣਾ ਕਰੀਦਾ ਹੈ। ਭੋਜਨ ਸਾਚ ਮਿਲੈ ਆਗਾਈ। ਜਿਸ ਨੂੰ ਸਤਨਾਮ ਸ੍ਰੀ ਵਾਹਿਗੁਰੂ ਰੂਪ ਸੱਚਾ ਭੋਜਨ ਪ੍ਰਾਪਤ ਹੋ ਜਾਂਦਾ ਹੈ, ਉਹ ਆਸਾ ਤ੍ਰਿਸ਼ਨਾ ਮੱਲੋਂ ਰੱਜ ਜਾਂਦਾ ਹੈ। ਨਾਮ ਰਤਨ ਸਾਚੀ ਵਡਿਆਈ। ਜਿਸ ਕੋਲ ਪ੍ਰਭੂ ਦਾ ਨਾਮ ਰੂਪ ਅਮੋਲਕ ਰਤਨ ਹੈ, ਉਸ ਨੂੰ ਲੋਕ ਪਰਲੋਕ ਵਿੱਚ ਸੱਚੀ ਸ਼ੋਭਾ ਪ੍ਰਾਪਤ ਹੁੰਦੀ ਹੈ। ਚੀਨੈ ਆਪ ਪਛਾਣੈ ਸੋਈ। ਜੋ ਆਪਣੇ ਆਪ ਨੂੰ ਜਾਣਦਾ ਹੈ, ਉਹੀ ਵਾਹਿਗੁਰੂ ਨੂੰ ਪਹਿਚਾਣਦਾ ਹੈ। ਜੋਤੀ ਜੋਤ ਮਲਾਈ ਹੈ। ਉਹਨੇ ਆਪਣੀ ਪਰਤਕ ਜੋਤ ਨੂੰ ਅਦਵੈਤ ਆਨੰਦ ਰੂਪੀ ਜੋਤ ਵਿੱਚ ਮਿਲਾਉਣਾ ਕੀਤਾ ਹੈ। ਨਾ ਵਹ ਭੁੱਲੀ ਚੋਟਾਂ ਖਾਏ। ਜਿਸ ਦੀ ਬੁੱਧੀ ਪਰਮੇਸ਼ਰ ਦੇ ਨਾਮ ਸਿਮਰਨ ਵੱਲੋਂ ਭੁੱਲੀ ਹੋਈ ਹੈ, ਉਹ ਜੰਮਣ ਮਰਨ ਦੀਆਂ ਸੱਟਾਂ ਖਾਂਦਾ ਹੈ। ਬਹੁਤ ਸਿਆਣਪ ਪਰਮ ਨ ਜਾਏ। ਬੁੱਧੀ ਦੀਆਂ ਬੇਅੰਤ ਚਤੁਰਾਈਆਂ ਕਰਕੇ ਅੰਦਰੋਂ ਭਰਮ ਨਹੀਂ ਜਾਂਦਾ, ਭਾਵ ਭਰਮ ਦੀ ਨਿਵਰਤੀ ਨਹੀਂ ਹੁੰਦੀ। ਪਚ ਪਚ ਮੋਏ ਅਚੇਤ ਨ ਚੇਤਾ ਹੈ। ਮੂਰਖ ਪੁਰਖ ਸੜ ਸੜ ਕੇ ਖੁਆਰ ਹੋ ਕੇ ਵਾਹਿਗੁਰੂ ਵੱਲੋਂ ਬੇਮੁਖ ਹੋਣ ਰੂਪ ਮਰ ਗਏ ਨੇ। ਉਹ ਪਰਮਾਰਥ ਵੱਲੋਂ ਭੁੱਲੇ ਹੋਏ ਪਰਮੇਸ਼ਰ ਦੇ ਸਰੂਪ ਨੂੰ ਯਾਦ ਨਹੀਂ ਕਰਦੇ। ਅਜਗਰ ਪਾਰ ਲਦਾਈ ਹੈ। ਅਜਗਰ ਉਸ ਸੱਪ ਦਾ ਨਾਮ ਹੈ ਜੋ ਕਿ ਬੱਕਰੇ ਨੂੰ ਵੀ ਨਿਗਲ ਜਾਏ, ਕਿਉਂਕਿ ਅਜ ਨਾਮ ਹੈ ਬੱਕਰੇ ਦਾ, ਗਰ ਨਾਮ ਹੈ ਨਿਗਲਣ ਦਾ। ਮਤਲਬ ਵੱਡਾ ਭਾਰੀ ਸੱਪ ਜੋ ਲਗਭਗ 30 ਫੁੱਟ ਲੰਬਾ ਹੁੰਦਾ ਹੈ ਅਤੇ ਆਪਣੇ ਸ਼ਿਕਾਰ ਦੇ ਦੁਆਲੇ ਵਲੇਵੇਂ ਪਾ ਕੇ ਉਹਨੂੰ ਇਸ ਤਰ੍ਹਾਂ ਘੁੱਟ ਲੈਂਦਾ ਵੀ ਉਹਦਾ ਸਾਹ ਨਹੀਂ ਨਿਕਲਣ ਦਿੰਦਾ, ਫਿਰ ਜਕੜ ਕੇ ਉਹਨੂੰ ਮਾਰ ਸੁੱਟਦਾ ਹੈ ਅਤੇ ਸਬੂਤੇ ਦਾ ਸਬੂਤਾ ਹੀ ਬੱਕਰਾ ਨਿਕਲ ਜਾਂਦਾ ਹੈ। ਉਹ ਅਜਗਰ ਸੱਪ ਵਾਂਗ ਪਾਪਾਂ ਦਾ ਅਸਹਿ ਵੱਡਾ ਭਾਰ ਲੱਦੀ ਫਿਰਦੇ ਨੇ, ਜਿਹੜੇ ਵਾਹਿਗੁਰੂ ਨੂੰ ਯਾਦ ਨਹੀਂ ਕਰਦੇ। ਬਿਨ ਬਾਦ ਵਿਰੋਧ ਹੈ ਕੋਈ ਨਾਹੀ। ਮਨਮੁਖ ਪੁਰਖ ਝਗੜਿਆਂ ਦੇ ਵਿਰੋਧ ਵੈਰ ਤੋਂ ਬਿਨਾਂ ਕੋਈ ਨਹੀਂ ਹਨ। ਮਨਮੁਖ ਦਾ ਕੰਮ ਹੀ ਝਗੜਾ ਕਰਨਾ ਤੇ ਵੈਰ ਵਿਰੋਧ ਕਰਨਾ ਹੈ। ਮੈਂ ਦੇਖਾ ਲਿਓ ਤਿਸ ਸਾਲਾਹੀ। ਜੇਕਰ ਕੋਈ ਹੈ ਮਨਮੁਖ ਬਿਨਾਂ ਝਗੜੇ ਤੋਂ ਤਾਂ ਮੈਨੂੰ ਦਿਖਾਉਣਾ ਕਰੋ, ਮੈਂ ਉਸ ਨੂੰ ਸਲਾਹੁਣਾ ਕਰਾਂ। ਮਤਲਬ ਮਨਮੁਖ ਨਾਮ ਹੀ ਉਸੇ ਦਾ ਹੈ ਜਿਹੜਾ ਝਗੜਿਆਂ ਦੇ ਵਿੱਚ ਪਿਆ ਹੋਇਆ ਹੈ, ਵੈਰ ਵਿਰੋਧ ਕਰਦਾ ਹੈ। ਮਨ ਤਨ ਅਰਪ ਮਿਲੈ ਜਗ ਜੀਵਨ। ਜੋ ਆਪਣਾ ਮਨ ਹਿਰਦਾ ਤੇ ਤਨ ਸਰੀਰ ਇਹਨੂੰ ਅਰਪ ਭੇਂਟ ਕਰ ਦਿੰਦਾ ਹੈ, ਉਸ ਨੂੰ ਸੋ ਜਗ ਜੀਵਨ, ਜਗ ਦਾ ਜੀਵਨ ਰੂਪ ਪਰਮਾਤਮਾ
ਮਿਲੇ ਪ੍ਰਾਪਤ ਹੋ ਜਾਂਦਾ ਹੈ। ਹਰ ਸਿਉ ਬਣਤ ਬਣਾਈ ਹੈ। ਤੋ ਉਸ ਨੇ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਲਿਵ ਲਾਉਣ ਦੀ ਬਣਾਵਟ ਬਣਾਉਣਾ ਕੀਤੀ ਹੈ, ਜਾਂ ਸ਼ਰਵਣ ਮੰਨਣ ਨਿਧਿਆਸਨ ਭਗਤੀ ਬ੍ਰਹਮ ਵਿਦਿਆ ਦੀ ਬਣਾਵਟ ਬਣਾਉਣਾ ਕੀਤੀ ਹੈ। ਪ੍ਰਭ ਕੀ ਗਤ ਮਿਤ ਕੋਇ ਨਾ ਪਾਵੈ। ਪਰਮੇਸ਼ਰ ਦੀ ਪ੍ਰਾਪਤੀ ਦੀ ਮਰਿਆਦਾ ਨੂੰ ਕੋਈ ਵੀ ਨਹੀਂ ਪਾ ਸਕਦਾ। ਜੇ ਕੋ ਵੱਡਾ ਕਹਾਏ ਵਡਾਈ ਖਾਵੈ। ਜੇ ਕੋਈ ਆਪਣੇ ਆਪ ਨੂੰ ਵੱਡਾ ਕਹਾਉਂਦਾ ਵੀ ਹੈ ਤਾਂ ਉਹਨੂੰ ਵਡਿਆਈ ਹੀ ਖਾ ਜਾਂਦੀ ਹੈ। ਮਤਲਬ ਵੱਡੇ ਪੁਣੇ ਦਾ ਹੰਕਾਰ ਹੀ ਉਹਨੂੰ ਮਾਰ ਸੁੱਟਦਾ ਹੈ। ਮਹਾਰਾਜ ਨੇ ਆਖਿਆ ਹੈ ਕਿ ਜੇ ਕੋ ਏਕ ਕਰੈ ਚੰਗਿਆਈ ਮਨ ਚਿਤ ਬਹੁਤ ਬਫਾਵੈ। ਏਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪਛੋਤਾਵੈ। ਮੇਰੇ ਵਰਗਾ ਕੋਈ ਇੱਕ ਅੱਧਾ ਚੰਗਾ ਕੰਮ ਕਰ ਦਿੰਦਾ। ਪੁਰਾਣਾ ਟਾਈਮ ਸੀਗਾ, ਜੱਗ ਬਾਣੀ ਅਜੀਤ ਦੇ ਵਿੱਚ ਆਪਦੀ ਫੋਟੋ ਦਿੰਦੇ ਸੀ। ਅੱਜ ਕੱਲ੍ਹ ਵਟਸਐਪ ਫੇਸਬੁੱਕ ਦੇ ਪਹਿਲੇ ਨੰਬਰ 'ਤੇ ਪਾਉਂਦੇ ਨੇ ਵੀ ਆਹ ਕੰਮ ਅਸਾਂ ਨੇ ਚੰਗਾ ਕੀਤਾ। ਅਤੇ ਜੇ ਭਲਾ ਰੱਬ ਨਾ ਕਰੇ ਕੋਈ ਮਾੜਾ ਹੋ ਜਾਏ ਅਤੇ ਫਿਰ ਕੀ ਬਣਦਾ ਹੈ? ਫਿਰ ਆਪਾਂ ਕਹਿੰਦੀਆਂ ਵੀ ਵਾਹਿਗੁਰੂ ਨੇ ਕਰਾ ਦਿੱਤਾ, ਹੁਣ ਸਾਡੇ ਵੱਸ ਵਿੱਚ ਕੀ ਸੀਗਾ। ਇਉਂ ਜੇ ਵਡਿਆਈਆਂ ਆਪੇ ਖਾਏ ਜੇ ਹੀ ਸੁਰਤ 'ਤੇ ਹੈ ਰਹਿ ਜਾਏ। ਜੇ ਆਪਦੀਆਂ ਵਡਿਆਈਆਂ ਨੂੰ ਦੂਜੇ ਨੂੰ ਤਾਂ ਤੂੰ ਕਰਕੇ ਬੁਲਾਉਣਾ, ਓਏ ਤੂੰ ਆਇਆ ਨਹੀਂ, ਤੂੰ ਗਿਆ ਨਹੀਂ, ਅਤੇ ਆਪਣੇ ਆਪ ਨੂੰ ਅਸੀਂ ਉੱਥੇ ਗਏ ਸੀ, ਅਸੀਂ ਆਹ ਕੀਤਾ ਸੀ, ਉਹ ਕੀਤਾ। ਦੱਸੋ, ਦੂਜੇ ਨੂੰ ਅਸੀਂ ਕਹਿਣਾ ਚਾਹੀਦਾ, ਸਗੋਂ ਆਪਣੇ ਆਪ ਨੂੰ ਅਸੀਂ ਅਤੇ ਦੂਜੇ ਨੂੰ ਤੂੰ। ਤੋ ਆਪ ਦੀ ਵਡਿਆਈ ਆਪਣੇ ਮੂੰਹ ਕਰਦਾ ਥੱਕਦਾ ਨਹੀਂ ਹੈ। ਉਹ ਫਿਰ ਜਿਸ ਤਰ੍ਹਾਂ ਦੀ ਸੁਰਤ ਆਉਂਦੀ ਹੈ, ਮਾੜਾ ਮੋਟਾ ਗਿਆਨ ਗਿਆਤ ਉਹ ਉਸੇ ਰਾਹ ਹੀ ਤੁਰ ਜਾਂਦੀ ਹੈ। ਹੰਕਾਰ ਕਰਨ ਦੇ ਨਾਲ ਤਾਂ ਇੱਕ ਸਕਿੰਟ ਤੋਂ ਵੀ ਪਹਿਲਾਂ ਅਵਸਥਾ ਡਿੱਗ ਪੈਂਦੀ ਹੈ। ਜਿਵੇਂ ਖਜੂਰ 'ਤੇ ਚੜ੍ਹਿਆ ਬੰਦਾ ਥੱਲੇ ਮੂੰਹ ਪਰਨੇ ਡਿੱਗਿਆ ਉੱਠ ਨਹੀਂ ਸਕਦਾ, ਉਹ ਹੰਕਾਰਿਆ ਬੰਦਾ, ਉਹਨੂੰ ਰੱਬ ਨੂੰ ਹੀ ਬਖਸ਼ਦਾ। ਮਹਾਰਾਜ ਦਾ ਬਚਨ ਹੈ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਵੇਖੋ ਹਰਨਾਖਸ਼ ਨੂੰ ਹੰਕਾਰ ਹੋ ਗਿਆ, ਉਹਨੂੰ ਮੁੱਧੜੇ ਮੂੰਹ ਸੁੱਟਿਆ। ਰਾਵਣ ਨੂੰ ਹੋ ਗਿਆ, ਉਹ ਸਿਰ ਪਰਨੇ ਡਿੱਗਾ, ਕਿੱਡਾ ਉੱਚਾ ਚੜ੍ਹਿਆ ਸੀਗਾ। ਉੱਚਾ ਚੜ੍ਹਿਆ ਸੋ ਪਵੇ ਪਿਆਲਾ। ਇਉਂ ਮੋਟਾ ਨਾਮ ਧਰਾਈ ਹੈ ਗਲੋਗਣ ਬਾਵਰਾ। ਜਿੰਨਾ ਮੋਟਾ ਵੱਡਾ ਨਾਮ ਰਖਾਈਏ ਉਹਨਾਂ ਗਲ ਦੇ ਵਿੱਚ ਔਗਣਾਂ ਦਾ ਪੱਥਰ ਪੈਂਦਾ ਹੈ। ਤੋ ਇਸ ਲਈ ਜੇ ਕੋ ਵੱਡਾ ਕਹਾਏ ਵਡਾਈ ਖਾਵੇ। ਜੇ ਕੋਈ ਆਪਣੇ ਆਪ ਨੂੰ ਵੱਡਾ ਕਹਾਉਂਦਾ ਤੈਨੂੰ ਉਹਦੀ ਵਡਿਆਈ ਹੋਈ ਖਾ ਜਾਂਦੀ ਹੈ। ਜੇ ਕੋਈ ਛੋਟਾ ਬਣ ਕੇ ਰਹਿੰਦਾ, ਨਾਨਕ ਨੀਚ ਕਹੈ ਵਿਚਾਰ। ਵੇਖੋ ਅੱਜ ਤੱਕ ਮਹਾਰਾਜ ਨੂੰ ਦੁਨੀਆ ਯਾਦ ਕਰਦੀ ਹੈ। ਜਿੰਨੇ ਸੰਤਾਂ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹਨਾਂ ਸਾਰਿਆਂ ਦਾ ਸਤਿਕਾਰ ਗੁਰੂ ਘਰ ਦੇ ਵਿੱਚ ਗੁਰੂਆਂ ਦੇ ਬਰਾਬਰ ਹੈ। ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਕੌਮ। ਆਪਨ ਡੈ ਕਰ ਜਾਈਐ ਪੈਰ ਤਿਨਾਂ ਦੇ ਚੁੰਮ। ਸੋ ਇਉਂ ਫਰੀਦ ਸਾਹਿਬ ਜੀ ਨੇ ਕਿੰਨੀ ਨਿਮਰਤਾ ਦੇ ਬਚਨ ਗਏ ਨੇ। ਕਬੀਰ ਜੀ ਨੇ ਆਪਦੇ ਨਾਮ ਨੂੰ ਹੀ ਛੱਡ ਦਿੱਤਾ। ਕਬੀਰਾ ਤੂੰ ਹੀ ਕਬੀਰ ਤੋਂ ਤੇਰੋ ਨਾਮ ਕਬੀਰ। ਰੱਬ ਨੂੰ ਹੀ ਕਬੀਰ ਕਹਿ ਛੱਡਿਆ। ਨਹੀਂ ਤਾਂ ਦੁਨੀਆ ਆਪਦਾ ਨਾਮ ਨਹੀਂ ਛੱਡਦੀ, ਕਹਿੰਦੇ ਮੈਂ ਕਬੀਰ ਨਹੀਂ, ਰੱਬ ਕਬੀਰ ਹੈ, ਵੱਡਾ ਹੈ। ਰਾਮ ਰਤਨ ਤਾਂ ਪਾਈਆ ਜੋ ਪਹਿਲੇ ਤਜੈ ਸਰੀਰ। ਜਿਹਨੇ ਆਪਦੇ ਨਾਮ ਦੀ ਹੰਗਤਾ ਨਹੀਂ ਛੱਡੀ, ਸਰੀਰ ਦੇ ਗੁਣਾਂ ਦਾ ਹੰਕਾਰ ਹੀ ਨਹੀਂ ਛੱਡਿਆ, ਦੱਸੋ ਰੱਬ ਨੂੰ ਕੀ ਪਾਏਗਾ। ਇਉਂ ਸੋ ਮਹਾਰਾਜ ਕਹਿੰਦੇ ਜੇ ਕੋਈ ਆਪਣੇ ਆਪ ਨੂੰ ਵੱਡਾ ਕਹਾਉਂਦਾ ਉਹਨੂੰ ਉਹਦੀ ਵਡਿਆਈ ਹੋਈ ਖਾ ਜਾਂਦੀ ਹੈ। ਸਾਚੇ ਸਾਹਿਬਾ ਤੋਟ ਨ ਦਾਤੀ। ਸੱਚੇ ਤੇ ਮਾਲਕ ਪਰਮੇਸ਼ਰ ਦੀ ਬ੍ਰਹਮ ਵਿਦਿਆ ਭਗਤੀ ਰੋਜ਼ੀ ਆਦਿਕ ਦੀ ਦਾਤਾਂ ਦੀ ਕਮੀ ਨਹੀਂ ਆਉਂਦੀ। ਸਗਲੇ ਤਨਹਿ ਉਪਾਈ ਹੈ। ਸਾਰੀ ਸ੍ਰਿਸ਼ਟੀ ਉਸਨੇ ਆਪ ਹੀ ਪੈਦਾ ਕੀਤੀ ਹੋਈ ਹੈ। ਵੱਡੀ ਵਡਿਆਈ ਵੇ ਪਰਵਾਹੇ। ਬੇਮੁਤਾਜ ਪਰਮਾਤਮਾ ਦੀ ਹੋਈ ਵਡਿਆਈ ਵੱਡੀ ਉੱਚਤਾ ਵਾਲੀ ਹੈ। ਵੱਡੀ ਵਡਿਆਈ ਜਾਂ ਵੱਡਾ ਨਾਮ
ਵੱਡੀ ਵਡਿਆਈ ਜਾਂ ਨਿਚਲ ਥਾਓ, ਇਉਂ ਦੀਆਂ ਵਡਿਆਈਆਂ ਵੱਡੀਆਂ ਨੇ। ਆਪ ਉਪਾਏ ਦਾਨ ਸਮਾਹੇ, ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਅਤੇ ਆਪ ਹੀ ਸਭ ਤਾਈਂ ਰੋਜ਼ੀ ਦਾ ਦਾਨ ਪੜਾਉਂਦਾ ਹੈ। ਆਪ ਦਇਆਲ ਦੂਰ ਨਹੀਂ ਦਾਤਾ, ਪਰਮੇਸ਼ਰ ਆਪ ਦਇਆ ਦਾ ਘਰ, ਉਹ ਦਾਤਾਰ ਪਰਮਾਤਮਾ ਦੂਰ ਨਹੀਂ ਹੈ। ਭਾਵ ਸਦਾ ਅੰਗ ਸੰਗੇ ਅਪੰਗੰ ਬੇਪੋਤੇ, ਹਮੇਸ਼ਾ ਅੰਗ ਸੰਗ ਰਹਿੰਦਾ ਹੈ। ਮਿਲਿਆ ਸਹਿਜ ਰਜਾਈ ਹੈ, ਉਹ ਆਗਿਆ ਮੰਨਣ ਵਾਲਿਆਂ ਨੂੰ ਸੁਭਾਵਿਕ ਹੀ ਮਿਲ ਪੈਂਦਾ ਹੈ। ਇੱਕ ਸੋਗੀ ਇੱਕ ਰੋਗ ਵਿਆਪੇ, ਕਈ ਜੀਵ ਪਦਾਰਥਾਂ ਦੇ ਵਿਛੋੜੇ ਕਰਕੇ ਗਮ ਦੇ ਵਿੱਚ ਗਰਸੇ ਰਹਿੰਦੇ ਨੇ ਤੇ ਕਈ ਕਾਮ ਕ੍ਰੋਧ ਅਗਿਆਨ ਆਦਿਕ ਦੇ ਰੋਗਾਂ ਵਿੱਚ ਲੱਗੇ ਗਰਸੇ ਹੋਏ ਹਨ। ਜੋ ਕਿਛ ਕਰੇ ਸੋ ਆਪੇ ਆਪੇ, ਪਰਮੇਸ਼ਰ ਜੋ ਕੁਝ ਵੀ ਕਰਦਾ ਹੈ ਉਹ ਆਪ ਹੀ ਕਰਦਾ, ਭਾਵ ਸੁਤੰਤਰ ਹੈ। ਉਹਦਾ ਕੋਈ ਵਜ਼ੀਰ ਨਹੀਂ ਹੈ। ਬੇਵਜ਼ੀਰ ਵੱਡੇ ਧੀਰ ਧਰਮ ਅੰਗ ਅਲਖ ਅਗੰਮ ਖੇਲ ਕੀਆ ਆਪਣੇ ਉਸ਼ਾ ਹੈ ਜੀਓ। ਭਗਤ ਭਾਉ ਗੁਰ ਕੀ ਮਤ ਪੂਰੇ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਪੂਰਨ ਸਿੱਖਿਆ ਦੁਆਰਾ ਪ੍ਰੇਮਾ ਭਗਤੀ ਪ੍ਰਾਪਤ ਕੀਤੀ ਹੈ। ਅਨਹਦ ਸ਼ਬਦ ਲਖਾਈ ਹੈ, ਉਹਨਾਂ ਨੂੰ ਗੁਰਾਂ ਨੇ ਹੱਦ ਤੋਂ ਰਹਿਤ ਇੱਕ ਰਸ ਗੁਰੂ ਉਪਦੇਸ਼ ਭਾਵ ਅਜਪਾ ਜਾਪ ਜਣਾ ਦਿੱਤਾ ਹੈ। ਇੱਕ ਨਾਂਗੇ ਭੂਖੇ ਭਵਹਿ ਪਵਾਏ, ਇੱਕ ਕਈ ਲੋਕ ਵਸਤਰਹੀਨ ਅਤੇ ਭੁੱਖੇ ਕਰਮਾਂ ਦੇ ਭਟਕਾਏ ਹੋਏ ਪਾਉਂਦੇ ਫਿਰਦੇ ਹਨ। ਇੱਕ ਹਟ ਕਰ ਮਰਹਿ ਨ ਕੀਮਤ ਪਾਏ, ਕਈ ਲੋਕ ਜ਼ਿੱਦ ਕਰਕੇ ਭਾਵ ਕਿਸੇ ਆਤਮਿਕ ਉન્નਤੀ ਦੀ ਪ੍ਰਾਪਤੀ ਲਈ ਸਰੀਰ ਉੱਪਰ ਧੱਕਾ ਜ਼ੋਰ ਕਰਕੇ ਮਰ ਜਾਂਦੇ ਨੇ, ਪਰ ਪ੍ਰਭੂ ਦੀ ਪ੍ਰਾਪਤੀ ਦੀ ਕਦਰੋ ਕੀਮਤ ਮੁੱਲ ਨਹੀਂ ਪਾ ਸਕਦੇ। ਗਤ ਅਵਗਤ ਕੀ ਸਾਰ ਨ ਜਾਣੈ, ਇੱਕ ਅਜਿਹੇ ਪੁਰਖ ਨੇ ਜੋ ਪ੍ਰਾਪਤੀ ਅਤੇ ਅਪ੍ਰਾਪਤੀ ਜਾਂ ਗਿਆਨ ਅਗਿਆਨ ਜਾਂ ਊਚ ਨੀਚ ਗਤੀ ਜਾਂ ਗਿਆਨ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਦੀ ਖਬਰ ਨਹੀਂ ਹੋ ਜਾਣਦੇ। ਬੂਝੈ ਸ਼ਬਦ ਕਮਾਈ ਹੈ, ਉਹੀ ਪਰਮੇਸ਼ਰ ਦੇ ਸਰੂਪ ਨੂੰ ਬੁੱਝਦੇ ਨੇ ਜੋ ਗੁਰਾਂ ਦੇ ਉਪਦੇਸ਼ ਨੂੰ ਕਮਾਉਂਦੇ ਹਨ। ਏਕਾ ਤੀਰਥ ਨਾਵਹਿ ਅਨ ਨ ਖਾਵਹਿ, ਕਈ ਲੋਕ 68 ਤੀਰਥਾਂ ਦੇ ਨਹਾਉਂਦੇ ਨੇ ਤੇ ਕਈ ਦਿਨ ਭੋਜਨ ਹੀ ਨਹੀਂ ਖਾਂਦੇ। ਕਿ ਅਗਨ ਜਲਾਵਹਿ ਦੇਹ ਖਪਾਵਹਿ, ਕਈ ਲੋਕ ਅੱਗ ਵਿੱਚ ਆਪਣਾ ਆਪ ਸਾੜ ਦਿੰਦੇ ਭਾਵ ਧੂਣੀਆਂ ਲਾਉਂਦੇ, ਆਪਣੀ ਦੇਹ ਨੂੰ ਖਪਾਉਂਦੇ ਭਾਵ ਨਾਸ਼ ਕਰ ਦਿੰਦੇ ਹਨ। ਰਾਮ ਨਾਮ ਬਿਨ ਮੁਕਤ ਨ ਹੋਈ, ਪਰ ਪਰਮੇਸ਼ਰ ਦਾ ਨਾਮ ਉਹ ਜਪਦੇ ਕੋਈ ਨਹੀਂ। ਨਾਮ ਜਪੇ ਤੋਂ ਬਿਨਾਂ ਦੱਸੋ ਕਿਸੇ ਦੀ ਵੀ ਅੱਜ ਤੱਕ ਮੁਕਤੀ ਹੋਈ ਹੈ? ਨਹੀਂ ਹੁੰਦੀ ਹੈ। ਫਿਰ ਤੁਸੀਂ ਆਪ ਸਿਆਣੇ ਹੋ, ਦੱਸੋ ਕਿਤ ਬਿਦ ਪਾਰ ਲੰਘਾਈ ਹੈ, ਕਿਸ ਤਰੀਕੇ ਨਾਲ ਜੀਵ ਆਪਣੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਸਕਣਗੇ ਆਪਣਾ ਆਪ, ਭਾਵ ਉਹ ਪਾਰ ਨਹੀਂ ਹੋ ਸਕਦੇ। ਗੁਰਮਤਿ ਛੋਡਾ ਹੈ ਉੱਜੜ ਜਾਈ, ਜੋ ਗੁਰਮਤ ਗੁਰੂ ਦੀ ਸਿੱਖਿਆ ਨੂੰ ਛੱਡ ਕੇ ਸੰਸਾਰ ਉਜਾੜ ਵੱਲ ਜਾਂਦੇ ਹਨ। ਮਨ ਮੁਖ ਰਾਮ ਨ ਜਪੈ ਅਵਾਈ, ਉਹ ਮਨਮੁਖ ਪੁਰਖ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਪਦੇ, ਐਵੇਂ ਵਿਅਰਥ ਅਵੈੜਤਾਈਆਂ ਕਰਦੇ ਰਹਿੰਦੇ ਹਨ। ਪਾਚ ਪਾਚ ਬੂਢਾ ਹੈ ਕੂੜ ਕਮਾਵਹਿ, ਉਹ ਤ੍ਰਿਸ਼ਨਾ ਈਰਖਾ ਵਿੱਚ ਖਪ ਕੇ ਵਿਕਾਰਾਂ ਪਦਾਰਥਾਂ ਨੂੰ ਪਾਣੀ 'ਚ ਡੁੱਬ ਜਾਂਦੇ ਹਨ। ਇੱਥੇ ਰਹਿੰਦੇ ਵੀ ਝੂਠ ਹੀ ਕਮਾਉਂਦੇ ਹਨ। ਬੂਝੈ ਹੁਕਮ ਸੋ ਸਾਚ ਸਮਾਵੈ, ਪਚ ਪਚ ਬੂਢਾ ਕੂੜ ਕਮਾਵਹਿ, ਉਹ ਤ੍ਰਿਸ਼ਨਾ ਈਰਖਾ ਦੇ ਵਿੱਚ ਖਪ ਕੇ ਵਿਕਾਰਾਂ
ਪਦਾਰਥਾਂ ਨੂੰ ਪਾਣੀ ਵਿੱਚ ਡੁੱਬ ਜਾਂਦੇ ਹਨ। ਕੂੜ ਕਾਲ ਬੈਰਾਈ ਹੈ। ਇੱਥੇ ਰਹਿੰਦੇ ਵੀ ਕੂੜ ਝੂਠ ਹੀ ਕਮਾਉਂਦੇ ਹਨ। ਉਹਨਾਂ ਨੂੰ ਝੂਠ ਵਿੱਚ ਲੱਗਣ ਵਾਲਿਆਂ ਦਾ ਕਾਲ ਹੀ ਵੈਰੀ ਹੈ। ਹੁਕਮੇ ਆਵੈ ਹੁਕਮੇ ਜਾਵੈ। ਜੀਵ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਆਉਂਦੇ ਅਤੇ ਹੁਕਮ ਦੇ ਵਿੱਚ ਹੀ ਜਾਂਦੇ ਹਨ। ਇਸੇ ਪ੍ਰਕਾਰ ਹੁਕਮੇ ਆਵੈ ਹੁਕਮੇ ਜਾਵੈ। ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਕੂੜ ਬੋਲਣ ਵਾਲੇ ਜੀਵ ਨਰਕਾਂ ਨੂੰ ਜਾਂਦੇ ਨੇ ਅਤੇ ਹੁਕਮ ਅਨੁਸਾਰ ਹੀ ਵਾਸ਼ਨਾ ਕਰਕੇ ਫਿਰ ਸੰਸਾਰ ਵਿੱਚ ਜਨਮ ਧਾਰ ਕੇ ਆਉਂਦੇ ਹਨ। ਬੂਝੈ ਹੁਕਮ ਸੋ ਸਾਚ ਸਮਾਵੈ। ਜੋ ਗੁਰਾਂ ਦੁਆਰਾ ਪਰਮੇਸ਼ਰ ਦੇ ਹੁਕਮ ਨੂੰ ਬੁੱਝ ਲੈਂਦਾ ਹੈ ਉਹ ਸੱਚ ਸਰੂਪ ਦੇ ਵਿੱਚ ਸਮਾ ਜਾਂਦਾ ਹੈ। ਨਾਨਕ ਸਾਚ ਮਿਲੈ ਮਨ ਭਾਵੈ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜੋ ਸੱਚੇ ਨਾਮ ਦੇ ਵਿੱਚ ਮਿਲਦੇ ਨੇ ਉਹ ਪਰਮੇਸ਼ਰ ਦੇ ਮਨ ਵਿੱਚ ਭਾ ਜਾਂਦੇ, ਚੰਗੇ ਲੱਗਦੇ ਹਨ। ਗੁਰਮੁਖ ਕਾਰ ਕਮਾਈ ਹੈ। ਉਹਨਾਂ ਗੁਰਮੁਖਾਂ ਨੇ ਸੱਚੀ ਭਗਤੀ ਰੂਪ ਕਾਰ ਕਮਾਉਣਾ ਕੀਤੀ ਹੈ। ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਜੀ ਸ਼ੋ ਪਾਵਨ ਉਪਦੇਸ਼ ਉਚਾਰ ਰਹੇ ਹਨ। ਆਪੇ ਕਰਤਾ ਪੁਰਖ ਵਿਧਾਤਾ। ਹੇ ਭਾਈ, ਉਹ ਪਰਮੇਸ਼ਰ ਆਪ ਹੀ ਜਗਤ ਨੂੰ ਰਚਨਹਾਰ, ਪੂਰਨ ਅਤੇ ਕਰਮ ਅਨੁਸਾਰ ਫਲ ਪ੍ਰਦਾਤਾ ਹੈ। ਜਿਨ ਆਪੇ ਆਪ ਉਪਾਏ ਪਛਾਤਾ। ਜਿਸ ਪਰਮੇਸ਼ਰ ਨੇ ਆਪਣੇ ਆਪ ਤੋਂ ਸੰਸਾਰ ਨੂੰ ਪੈਦਾ ਕਰਕੇ ਫਿਰ ਜੀਵਾਂ ਦੇ ਗੁਣਾ ਉਗਣਾ ਨੂੰ ਪਹਿਚਾਣਦਾ ਹੈ। ਆਪੇ ਸਤਿਗੁਰ ਆਪੇ ਸੇਵਕਾ। ਪਰਮੇਸ਼ਰ ਆਪ ਹੀ ਸਤਿਗੁਰੂ ਰੂਪ ਹੈ, ਆਪ ਹੀ ਦਾਸ ਰੂਪ ਹੈ। ਇਸੇ ਤਰ੍ਹਾਂ ਆਪੇ ਸਤਿਗੁਰ ਆਪੇ ਸੇਵਕਾ। ਆਪ ਹੀ ਸਤਿਗੁਰੂ ਭਾਵ ਈਸ਼ਰ ਰੂਪ ਹੈ ਅਤੇ ਆਪ ਹੀ ਸੇਵਕ ਭਾਵ ਜੀਵ ਰੂਪ ਹੈ। ਇਸੇ ਪ੍ਰਕਾਰ ਆਪੇ ਸਤਿਗੁਰ ਆਪੇ ਸੇਵਕ। ਪਰਮੇਸ਼ਰ ਆਪ ਹੀ ਪ੍ਰਬੁੱਧ ਚੇਤਨ ਰੂਪ ਸਤਿਗੁਰੂ ਹੈ, ਆਪ ਹੀ ਪ੍ਰਬੁੱਧ ਚੇਤਨ ਰੂਪ ਸੇਵਕ ਹੈ। ਆਪੇ ਸ੍ਰਿਸ਼ਟਿ ਉਪਾਈ ਹੈ। ਆਪ ਹੀ ਸਭ ਸ੍ਰਿਸ਼ਟੀ ਦੁਨੀਆ ਪੈਦਾ ਕੀਤੀ ਹੈ। ਆਪੇ ਨੇੜੇ ਨਾਹੀ ਦੂਰੇ। ਆਪ ਹੀ ਆਤਮਾ ਸਰੂਪ ਹੋਣ ਕਰਕੇ ਸਭ ਦੇ ਨੇੜੇ ਹੈ, ਕਿਸੇ ਤੋਂ ਵੀ ਦੂਰ ਨਹੀਂ ਹੈ। ਨੀਰੈ ਨਾ ਹੀ ਦੂਰ, ਨਿਜ ਆਤਮਾ ਰਹਿਆ ਭਰਪੂਰ। ਬੂਝੈ ਗੁਰਮੁਖ ਸੇ ਜਨ ਪੂਰੇ। ਜਿਹੜੇ ਗੁਰਮੁਖ ਜਨ ਗੁਰਾਂ ਦੇ ਸਨਮੁਖ ਹੋ ਕੇ ਇਹ ਭੇਦ ਸਮਝ ਲੈਂਦੇ ਨੇ ਉਹ ਪੁਰਖ ਪੂਰੇ ਹਨ। ਤਨ ਕੇ ਸੰਗਤਾ ਐਨ ਸਲਾਹਾ। ਤਿੰਨਾਂ ਗੁਰਮੁਖਾਂ ਦੀ ਸੰਗਤ ਵਿੱਚ ਰਾਤ ਦਿਨ ਲਾਭ ਹੀ ਲਾਭ ਹੈ। ਇਹ ਨਿਸ ਉਹਨਾਂ ਦੀ ਅਵਿਦਿਆ ਰੂਪ ਰਾਤ ਮਿਟ ਜਾਂਦੀ ਹੈ ਅਤੇ ਗਿਆਨ ਰੂਪ ਦਿਨ ਚੜ੍ਹ ਜਾਂਦਾ ਹੈ। ਗੁਰ ਸੰਗਤ ਇਹ ਵਡਾਈ ਹੈ। ਗੁਰੂ ਦੀ ਸੰਗਤ ਦੀ ਇਹ ਵਡਿਆਈ ਹੈ। ਜੁਗ ਜੁਗ ਸੰਤ ਭਲੇ ਪ੍ਰਭ ਤੇਰੇ। हे ਪਰਮੇਸ਼ਰ, ਤੇਰੇ ਸ਼ਾਂਤ ਚਿਤ ਮਹਾਤਮਾ ਜਨ ਜੁਗਾਂ ਜੁਗਾਂ ਦੇ ਵਿੱਚ ਚੰਗੇ ਹਨ। ਹਰ ਗੁਣ ਗਾਵਹ ਰਸਨ ਰਸੇਰੇ। ਇਹ ਹਰੀ ਜੋ ਆਪਣੀ ਰਸਨਾ ਨੂੰ ਰਸਾ ਰਸਾ ਕੇ ਤੇਰੇ ਗੁਣ ਗਾਉਂਦੇ ਰਹਿੰਦੇ ਹਨ। ਉਸ ਦਦ ਕਰਹਿ ਪਰ ਹਰ ਦੁਖ ਦਾਲਦ। ਉਹ ਸਦਾ ਤੇਰੀ ਵਡਿਆਈ ਕਰਦੇ ਰਹਿੰਦੇ ਹਨ। ਤੂੰ ਉਹਨਾਂ ਦੇ ਜੰਮਣ ਮਰਨ ਰੂਪੀ ਦੁੱਖ ਅਤੇ ਸਿਮਰਨ ਭਜਨ ਵੇਲੇ ਆਉਣ ਵਾਲੇ ਆਲਸ ਨੂੰ ਨਾਸ਼ ਕਰ ਦਿੰਦਾ ਹੈ। ਜਿਨ ਨਾਹੀ ਚਿੰਤ ਪਰਾਈ ਹੈ। ਜਿਨ੍ਹਾਂ ਸੰਤ ਜਨਾਂ ਨੂੰ ਕਿਸੇ ਹੋਰ ਦੀ ਚਿੰਤਾ ਸੋਚ ਫਿਕਰ ਨਹੀਂ ਹੈ।
ਜਾਂ ਉਹਨਾਂ ਦੀ ਚਿੰਤਾ ਭਲਾਈ ਭਾਵ ਭੱਜ ਗਈ ਹੈ। ਓਏ ਜਾਗਤ ਰਹਿ ਨ ਸੂਤੇ ਦਿਸਾ। ਉਹ ਸੰਤ ਜਨ ਸਦਾ ਹੀ ਗਿਆਨ ਅਵਸਥਾ ਵਿੱਚ ਜਾਗਦੇ ਰਹਿੰਦੇ ਨੇ, ਕਦੇ ਵੀ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਹੋਏ ਦਿਸਦੇ ਨਹੀਂ ਹਨ। ਪ੍ਰਤੱਖ ਵੀ ਮਹਾਂਪੁਰਖ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਵਾਲੇ ਸੰਤ ਬਾਬਾ ਬਲਵਿੰਦਰ ਸਿੰਘ ਜੀ, ਉਹਨਾਂ ਬਾਰੇ ਪ੍ਰਸਿੱਧ ਹੈ ਕਿ ਉਹਨਾਂ ਨੂੰ ਕਦੀ ਵੀ ਕਿਸੇ ਨੇ ਸੁੱਤੇ ਹੋਇਆ ਨਹੀਂ ਫੜਿਆ। ਜਦੋਂ ਵੀ ਕੋਈ ਯਾਦ ਕਰੇ ਉਹ ਪਿੱਠ ਪਿੱਛੇ ਖੜੇ ਹੁੰਦੇ ਹਨ, ਰਾਤ ਵੀ ਔਰ ਦਿਨੇ ਵੀ ਖੜੀ ਲੱਤ, ਪੈਰੀਂ ਜੁੱਤੀ ਨਹੀਂ ਪਾਉਂਦੇ। ਇੰਨੀ ਉਹਨਾਂ ਦੀ ਮਹਾਨ ਸੇਵਾ ਹੈ। ਤੋ ਚੜ੍ਹਦੀ ਕਲਾ ਦੇ ਨਾਲ ਆ ਕਰੋਨਾ ਮਹਾਂਮਾਰੀ ਵਿੱਚ ਵੀ ਬੇਅੰਤ ਸੰਗਤਾਂ ਦੀ, ਇੱਕ ਤਾਂ ਹੁੰਦਾ ਸੇਵਾ ਕਰਦੇ, ਕਈ ਗੁੱਸੇ 'ਚ ਬੋਲਦੇ ਨੇ, ਲੜਦੇ ਨੇ, ਝਗੜਦੇ ਨੇ, ਅਹਿਸਾਨ ਜਤਾਉਂਦੇ ਨੇ ਕਿ ਅਸੀਂ ਤੁਹਾਨੂੰ ਕਮਰੇ ਦੇ ਰਹੇ ਹਾਂ ਜਾਂ ਰੋਟੀਆਂ ਪਕਾ ਕੇ ਖਵਾ ਰਹੇ ਹਾਂ। ਬਿਲਕੁਲ ਐਸਾ ਨਹੀਂ। ਨਿਮਰਤਾ ਸ਼ਰਧਾ ਸਹਿਤ ਗੁਰੂ ਦਾ ਦਿੱਤਾ ਜਾਣਗੇ ਅਤੇ ਸਾਧ ਸੰਗਤ ਨੂੰ ਗੁਰੂ ਨਾਨਕ ਸਾਹਿਬ ਦਾ ਰੂਪ ਸਮਝ ਕੇ ਰਹਿائش ਵੀ ਦੇਣੀ, ਪ੍ਰਸ਼ਾਦਾ ਪਾਣੀ ਵੀ, ਔਰ ਆਏ ਗਏ ਦੀ ਬਿਮਾਰੀ ਸ਼ਮਾਰੀ ਦਾ ਵੀ ਖਿਆਲ ਰੱਖਣਾ। ਅਤੇ ਜਾਂਦੀ ਬਾਕੀ ਜਿਸ ਤਰ੍ਹਾਂ ਪਰਿਵਾਰ ਦੇ ਮੈਂਬਰ ਸਫ਼ਰ 'ਤੇ ਜਾਣ ਲੱਗੀਆਂ ਪ੍ਰਸ਼ਾਦੇ ਬਣ ਕੇ ਦਿੰਦੇ, ਉਹ ਸੁੱਕੀ ਸਬਜ਼ੀ ਸਫ਼ਰ ਵਾਲਿਆਂ ਦੀ ਵੱਖਰੀ ਬਣਦੀ ਹੈ ਔਰ ਸਵੇਰੇ 6 ਵਜੇ ਹੀ ਤਿਆਰ ਹੋ ਜਾਂਦੀ। ਤੋ ਐਸੇ ਰੱਬ ਦੇ ਪਿਆਰ ਵਾਲੇ ਜਿਹੜੇ ਹਮੇਸ਼ਾ ਗੁਰੂ ਦੀ ਸੇਵਾ ਵਿੱਚ ਜਾਗਦੇ ਰਹਿੰਦੇ ਨੇ। ਜਾਗਦੀ ਤਾਂ ਬਥੇਰੀ ਦੁਨੀਆ, ਆ ਸਵਰਾਜ ਵਾਲੇ ਵੀ ਜਾਗਦੇ ਨੇ, ਤੁਸੀਂ ਦੱਸੋ, ਫਿਲਿਪਸ ਵਾਲੇ ਵੀ ਜਾਗਦੇ ਨੇ, ਆ ਰੇਲ ਗੱਡੀਆਂ ਵਾਲੇ ਵੀ ਜਾਗਦੇ ਆ, ਏਅਰਪੋਰਟਾਂ ਵਾਲੇ ਵੀ ਜਾਗਦੀ ਤਾਂ ਬਥੇਰੀ ਦੁਨੀਆ, ਸਿਨੇਮੇ ਘਰਾਂ ਵਾਲੇ ਵੀ ਜਾਗਦੇ ਹਨ। ਪਰ ਜਾਗਣ ਜਾਗਣ 'ਚ ਫਰਕ ਹੈ। ਜਾਗਣਾ ਜਾਗਣ ਨਿੱਕਾ, ਹਰ ਕੀਰਤਨ ਮੈਂ ਜਾਗਣਾ। ਮਹਾਰਾਜ ਦੀ ਕੀਰਤਨ ਬਾਣੀ ਦੇ ਜਸ ਵਿੱਚ, ਵਾਹਿਗੁਰੂ ਨਾਮ ਜਪਣ ਵਿੱਚ, ਸੇਵਾ ਦੇ ਵਿੱਚ ਜਾਗਣਾ ਸਭ ਤੋਂ ਉੱਤਮ ਹੈ। ਇਸੇ ਪ੍ਰਕਾਰ ਓਏ ਜਾਗਤ ਰਹਿ ਨ ਸੂਤੇ ਦਿਸਾ। ਜਿਹੜੇ ਬ੍ਰਹਮ ਵੇਤੇ ਨੇ ਉਹਨਾਂ ਦਾ ਸੌਣਾ ਅਤੇ ਜਾਗਣਾ ਇੱਕੋ ਜਿਹਾ ਹੀ ਹੁੰਦਾ ਹੈ। ਮਤਲਬ ਸਹਿਜੇ ਜਾਗੈ ਸਹਿਜੇ ਸੋਵੈ, ਗੁਰਮੁਖ ਅਨਦਿਨ ਉਸਤਤ ਹੋਵੈ। ਉਹਨਾਂ ਦੇ ਹਿਰਦੇ ਵਿੱਚ ਗੁਰਮੁਖਾਂ ਦੇ ਦਿਨ ਰਾਤ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੁੰਦਾ ਰਹਿੰਦਾ। ਇਸ ਲਈ ਉਹ ਗਿਆਨ ਵਿੱਚ ਹੀ ਜਾਗਦੇ, ਗਿਆਨ ਵਿੱਚ ਹੀ ਸੌਂਦੇ ਨੇ, ਸੁੱਤੇ ਪਏ ਵੀ ਗਿਆਨ ਵਿੱਚ ਨੇ। ਪਰ ਮੇਰੇ ਵਰਗੇ ਜਿਹੜੇ ਅਗਿਆਨੀ ਨੇ ਉਹ ਸੁੱਤੇ ਪਏ ਸੁਪਨਿਆਂ ਦੀ ਨੀਂਦ 'ਚ ਬਰੜਾਉਂਦੇ ਨੇ, ਡਰਦੇ ਨੇ, ਬੁੜਕ ਬੁੜਕ ਕੇ ਉੱਠਦੇ ਨੇ। ਜੋ ਅਗਿਆਨੀ ਜੀ, ਉਹਨਾਂ ਦੀ ਬਿਰਤੀ ਸੌਣ ਵੇਲੇ ਵੀ ਤਮੋ ਗੁਣ 'ਚ ਲੀਨ ਰਹਿੰਦੀ ਆ। ਰੋਟੀਆਂ ਨਾਲ ਢਿੱਡ ਭਰ ਕੇ ਖਾ ਪੀ ਕੇ ਅਤੇ ਪੇਟ 'ਤੇ ਹੱਥ ਫੇਰਨਾ, ਆਹਾ ਏਸੀ ਚਲਾਉਣਾ ਅਤੇ ਚੁੱਪ ਕਰਕੇ ਦਿਨੇ ਵੀ ਸੌਂ ਜਾਣਾ। ਉਹ ਬਿਰਤੀ ਤਮੋ ਗੁਣ 'ਚ ਲੀਨ ਹੋ ਜਾਂਦੀ ਹੈ। ਮਹਾਰਾਜ ਦਾ ਬਚਨ ਹੈ ਗੁਰਬਾਣੀ ਦੇ ਵਿੱਚ, ਪਾਤਸ਼ਾਹ ਜੀ ਫਰਮਾਉਂਦੇ, ਪੇਟ ਭਰਿਓ ਪਸ਼ੂਆ ਜਿਉ ਸੋਇਓ, ਮਨੁੱਖ ਜਨਮ ਹੈ ਹਾਰਿਓ। ਪੇਟ ਭਰ ਕੇ ਸੌਣ ਦੇ ਨਾਲ ਮਨੁੱਖਾ ਜਨਮ ਹਾਰ ਜਾਂਦਾ ਹੈ। ਇਸ ਲਈ ਸੋ ਜਿਹੜੇ ਗਾੜੀ ਨੀਂਦ ਦੇ ਵਿੱਚ, ਘਰਾੜਿਆਂ ਦੀ ਨੀਂਦ ਦੇ ਵਿੱਚ, ਸੁਪਨਿਆਂ ਦੀ ਨੀਂਦ ਸੌਂਦੇ, ਅਤੇ ਉਹ ਤਮੋ ਗੁਣ ਦੇ ਵਿੱਚ ਜਾਂ ਰਜੋ ਗੁਣ ਦੇ ਵਿੱਚ ਲੀਨ ਰਹਿੰਦੇ ਨੇ। ਪਰ ਜਿਹੜੇ ਬ੍ਰਹਮ ਵੇਤੇ ਨੇ, ਕਿਉਂਕਿ ਉਹ ਨਾਮ ਜਪਦੇ ਰਹਿੰਦੇ, ਲੋੜ ਮੁਤਾਬਕ ਥੋੜ੍ਹਾ ਬਹੁਤਾ ਤਾਂ ਪੇਟ ਨੂੰ ਧੌਂਕਾ ਦੇਣਾ ਪੈਂਦਾ। ਅੱਗ ਜਦੋਂ ਬਹੁਤੀ ਬਲੇ ਅਤੇ ਉਹਨੂੰ ਬੁਝਾਉਣਾ ਪੈਂਦਾ, ਪੇਟ ਦੀ ਜਠਰਾਗਨੀ ਨੂੰ ਥੋੜ੍ਹਾ ਬਹੁਤਾ ਭੋਜਨ ਵਿੱਚ ਪਾਉਣਾ ਪੈਂਦਾ। ਲੋੜ ਮੁਤਾਬਕ ਛਕ ਕੇ ਅਤੇ ਸੌਣ ਸਮੇਂ ਵੀ ਚਿੱਤ ਦੀ ਬਿਰਤੀ ਉਹਨਾਂ ਦੀ ਸਤੋ ਗੁਣ ਵਿੱਚ ਲੀਨ ਹੁੰਦੀ ਹੈ। ਜਿਸ ਕਰਕੇ ਉਹਨਾਂ ਨੂੰ ਗਿਆਨ ਕਦੀ ਵੀ ਨਹੀਂ ਭੁੱਲਦਾ ਹੈ। ਗੁਰਮੁਖ ਜਾਗ ਰਹੇ ਚੌਕੀ ਅਭਿਮਾਨੀ ਰਾਮ। ਮੈਂ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਦੀ ਅਵਸਥਾ ਨੂੰ ਨਿੱਜੀ ਤੌਰ 'ਤੇ ਪਰਖਿਆ ਹੈ। ਬਾਣੀ ਸੁਣਾਉਂਦਿਆਂ ਹੋਇਆਂ ਕਈ ਵਾਰ ਚੁੱਪ ਕਰ ਜਾਣਾ, ਉਹਨਾਂ ਉਸੇ ਵੇਲੇ ਉੱਠ ਕੇ ਬਾਂਹ ਤੋਂ ਫੜ ਕੇ ਮੈਨੂੰ ਹਿਲਾਉਣਾ, ਕਹਿਣਾ ਮੂੰਹ ਪਰਾਂ ਨੂੰ ਕਰ ਲਿਆ। ਮੇਰੇ ਕੰਨ ਕੋਲ ਮੂੰਹ ਕਰਕੇ ਸੁਣਾਉਂਦਾ ਕਿਉਂ ਨਹੀਂ ਹੈ। ਕਈ ਵਾਰ ਆਪਦੀ ਮਰਜ਼ੀ ਨਾਲ ਪਾਠ ਸ਼ੁਰੂ ਕਰ ਦੇਣਾ, ਕਹਿ ਕੇ ਸੌਣਾ ਵੀ ਸੁਖਮਨੀ ਸਾਹਿਬ ਸੁਣਾਉਣਾ।
ਤੇ ਸੁਖਮਨੀ ਸਾਹਿਬ ਸੰਪੂਰਨ ਹੋਣ ਤੋਂ ਆਪਦੀ ਮਰਜ਼ੀ ਨਾਲ ਬਾਣੀ ਸ਼ੁਰੂ ਕਰ ਲੈਣੀ। ਉੱਠ ਕੇ ਕਹਿਣਾ ਵੀ ਤੈਨੂੰ ਸੁਖਮਨੀ ਸਾਹਿਬ ਆਖਿਆ ਸੀ, ਤੂੰ ਆਪ ਦਾ ਨਿਤਨੇਮ ਕਰਨ ਲੱਗ ਪਿਆ। ਇਉਂ ਕਈ ਵਾਰ ਪਰਖਿਆ ਬਰਾਜੀ ਹੋਇਆ ਵੀ, ਤੇ ਸਾਡੇ ਵਾਂਗ ਗਾੜੀ ਨੀਂਦ ਵਿੱਚ ਨਹੀਂ ਸੌਣਾ, ਬਿਲਕੁਲ ਐਕਟੀਵਿਟੀ, ਸਾਵਧਾਨਤਾ ਵਾਲੀ ਨੀਂਦ। ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਨਾਨਕ ਨਿਵਾਸ ਤੇ ਜਾਂ ਲੰਗਰ ਸਾਹਿਬ ਦੀ ਇਮਾਰਤ ਦੇ ਦਰਸ਼ਨ ਦਿੰਦੇ ਰਹੇ ਨੇ। 24 ਘੰਟਿਆਂ ਦੇ ਵਿੱਚੋਂ ਉਹਨਾਂ ਦੀ ਜ਼ਿੰਦਗੀ ਦਾ ਸ਼ੁਰੂ ਤੋਂ ਨਿਯਮ ਰਿਹਾ, ਸੰਤ ਬਣਨ ਤੋਂ ਪਹਿਲਾਂ ਤੋਂ ਵੀ। ਜਦੋਂ ਜੱਟ ਜ਼ਿਮੀਂਦਾਰਾ ਕਰਦੇ ਸੀਗੇ, ਪੈਲੀਆਂ 'ਚ ਖੇਤੀ ਬੀਜਣੀ, ਵੱਢਣੀ, ਡੰਗਰ ਵੱਛਾ, ਘਰ-ਬਾਰ ਦੀ ਸੇਵਾ, ਉਹਨਾਂ ਦਿਨਾਂ ਦੇ ਵਿੱਚ ਵੀ ਉਹ ਰਾਤ ਦੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਹੀ ਆਪ ਦਾ ਕਿਰਿਆ ਕਰਮ ਕਰਨਾ, ਸੌਣਾ ਬਹਿਣਾ, 2 ਘੰਟੇ ਕੇਵਲ ਰੈਸਟ ਕਰਨੀ। ਅਤੇ ਕਈ ਵਾਰ ਜਦ ਜਿੱਦ ਕਰ ਲੈਣੀ ਖਾਸ ਦਿਨਾਂ ਦੇ ਵਿੱਚ, ਤੇ 2 ਘੰਟੇ ਵੀ ਰੈਸਟ ਕਰਨ ਤੋਂ ਹਟ ਜਾਣਾ। ਮੈਂ ਵੀ ਇਹ ਗੱਲ ਪ੍ਰਤਿਆ ਕੇ ਵੇਖੀ ਆ। ਆ ਜਿਹੜੇ ਦਿਹਾੜੀਦਾਰ ਨੇ, ਮਜ਼ਦੂਰ ਬੰਦੇ ਨੇ, ਹੱਡ ਭੰਨ ਕੇ ਮਿਹਨਤ ਕਰਨ ਵਾਲੇ ਹਨ। ਕੰਮ ਸਾਡਾ ਹੈ ਤੇ ਵੈਸੇ ਉਹਨਾਂ ਨਾਲੋਂ ਔਖਾ ਕਹਿਣ ਮੁਤਾਬਕ, ਤੇ ਪਰ ਚੌਂਕੜਾ ਮਾਰ ਕੇ ਕੀਰਤਨ ਹੀ ਸੁਣਨਾ, ਹੋਰ ਕੀ ਕਰਨਾ। ਉਸ ਤਰ੍ਹਾਂ ਦਾ ਕੰਮ ਥੋੜ੍ਹਾ ਇੱਟਾਂ ਰੋੜਿਆਂ ਦਾ, ਢੋਆ ਢੁਆਈ ਦਾ। ਪਾਠ ਵੀ ਜੇ ਕਰਨਾ ਹੈ ਤਾਂ ਚੌਂਕੜਾ ਹੀ ਮਾਰਨਾ ਹੈ। ਤੁਸੀਂ ਮਹਿਸੂਸ ਕਰੋਗੇ 8 ਘੰਟੇ ਆਪਦੀ ਮਜ਼ਦੂਰੀ ਕਰੋ ਹੱਡ ਭੰਨ ਕੇ, ਪੂਰਾ ਸਖਤੀ ਨਾਲ ਕੰਮ। 1 ਘੰਟਾ ਕੀਰਤਨ ਸੁਣ ਲਓ, 8 ਘੰਟਿਆਂ ਦੀ ਥਕਾਵਟ ਸੌਣ ਤੋਂ ਬਾਅਦ ਭਾਵੇਂ 6 ਘੰਟੇ ਸੌਂ ਲਓ ਤਾਂ ਵੀ ਨਹੀਂ ਲੱਥੂਗੀ, ਪਰ ਘੰਟਾ ਕੀਰਤਨ ਦੇ ਨਾਲ ਤੁਹਾਡਾ ਸਰੀਰ ਹੈ ਹਲਕਾ ਫੁੱਲ ਗੁਲਾਬ ਦੀ ਤਰ੍ਹਾਂ, ਭਾਵੇਂ ਪਾਣੀ ਦੇ ਸੁੱਟ ਦਿਓ ਤਰਨ ਲੱਗ ਪਊਗਾ। ਮਤਲਬ ਸੁਪਨੇ ਦੀ ਨੀਂਦ ਵਿੱਚ ਵੀ ਨਹੀਂ ਡੁੱਬੂਗਾ। ਸਾਰੀ ਦਿਹਾੜੀ ਕੰਮ ਕਰਕੇ ਰਹਿ ਰਸ ਦਾ ਪਾਠ ਕਰ ਲਓ। ਆਪਾਂ ਇਹ ਸੋਚਦੇ ਹਾਂ ਨਾ ਵੀ ਆਪਾਂ ਥੱਕੇ ਹੋਏ ਪਾਠ ਨਹੀਂ ਕਰਨਾ, ਬੜੀ ਥਕਾਵਟ ਹੋ ਗਈ ਜੀ, ਕਿਤੇ ਪ੍ਰਤਿਆ ਕੇ ਵੇਖ ਲਿਓ, ਨਹਾ ਧੋ ਕੇ ਜਾਂ ਮੂੰਹ ਮਾ ਧੋ ਕੇ, ਜਿਸ ਤਰ੍ਹਾਂ ਵੀ ਤੁਸੀਂ ਰਿਲੈਕਸ ਮੰਨਦੇ ਹੋ ਆਪਣੇ ਆਪ ਨੂੰ, ਚੌਂਕੜਾ ਮਾਰ ਕੇ ਆਪਣੇ ਆਸਨ ਦੇ ਆਰਾਮ ਦੇ ਨਾਲ, ਇਹ ਨਹੀਂ ਵੀ 5 ਮਿੰਟਾਂ 'ਚ ਹੀ ਰਹਿ ਰਸ ਕੀਤੀ, ਆਓ ਗਏ ਤੇ ਆਓ ਗਏ। ਘੱਟੋ ਘੱਟ 25-30 ਮਿੰਟ ਰਹਿ ਰਸ 'ਤੇ ਲਾਓ, ਅਤੇ ਜੀ ਕਰੇ ਤੇ ਆਰਤੀ ਪੜ੍ਹੋ। ਜੇ ਥਕਾਵਟ ਤੁਹਾਡੀ ਨਾ ਲੱਥੇ, ਮੈਨੂੰ ਆ ਕੇ ਫੜ ਲਿਓ। ਸਾਰੀ ਦਿਹਾੜੀ ਦੀ ਥਕਾਵਟ ਰਹਿ ਰਸ ਦੇ ਪਾਠ ਤੋਂ ਉਤਰ ਜਾਂਦੀ ਹੈ। ਆਪਾਂ ਸੋਚਦੇ ਪਤਾ ਨਹੀਂ ਇਹਦੇ ਨਾਲ ਸ਼ਾਇਦ ਗੋਡੇ ਪੀੜ ਹੁੰਦੇ ਨੇ, ਪਤਾ ਨਹੀਂ ਸਿਰ ਦਰਦ, ਪਤਾ ਨਹੀਂ ਸਿਰ ਫਾਟ ਹੀ ਜਾਣਾ। ਮਤਲਬ ਇੰਨਾ ਡਰ ਘਬਰਾਹਟ ਹੁੰਦੀ ਹੈ ਪਾਠ ਸੁਣ ਕੇ ਵੀ ਹੋ 2 ਘੰਟੇ ਰੌਲ ਲਾਉਣੀ ਪਊਗੀ। ਮਹਾਰਾਜ ਦੇ ਪਾਠ ਕਰਨ ਤੋਂ ਤਾਂ ਸੁੱਖ ਅਤੇ ਸ਼ਾਂਤੀ ਮਿਲਣੀ ਚਾਹੀਦੀ ਹੈ, ਪਰ ਅਸੀਂ ਦੁੱਖ ਕਿਉਂ ਮਹਿਸੂਸ ਕਰਦੇ ਹਾਂ? ਜੇ ਤਾਂ ਗੁਰੂ ਦੀ ਬਾਣੀ ਸੱਚੀ ਹੈ ਫਿਰ ਤਾਂ ਸਾਡੇ 'ਚ ਘਾਟ ਹੈ। ਬਾਣੀ ਤਾਂ ਕਹਿੰਦੀ ਦੁੱਖ ਰੋਗ ਸੰਤਾਪ ਉਤਰ, ਸੁਣੀ ਸੱਚੀ ਬਾਣੀ, ਅਤੇ ਅਸੀਂ ਦੁੱਖ ਮਹਿਸੂਸ ਕਰਦੇ ਹਾਂ। ਕੀ ਕਾਰਨ ਹੈ ਦੱਸੋ? ਮਤਲਬ ਰੋਟੀਆਂ ਖਾ ਖਾ ਕੇ ਮਨ ਮੋਟਾ ਹੋਇਆ ਪਿਆ ਹੈ, ਮੱਤ ਮਾਰੀ ਹੋਈ ਹੈ। ਗੁਰੂ ਘਰ ਦੇ ਗਿਆਨ ਵੱਲੋਂ ਮਨ ਜਿਹੜਾ ਮੁਨਕਰ ਹੋਇਆ ਪਿਆ ਹੈ, ਕਲਯੁਗ ਦਾ ਪ੍ਰਭਾਵ ਪਿਆ ਹੋਇਆ, ਪਿਛਲੇ ਜਨਮਾਂ ਦੇ ਭੈੜੇ ਸੰਸਕਾਰ ਮਨ 'ਤੇ ਹਾਵੀ ਹੋਏ ਪਏ ਨੇ, ਇਸ ਕਰਕੇ ਮਨ 'ਤੇ ਬੋਝ ਬਣਿਆ ਹੋਇਆ। ਕੰਮ ਦੀ ਮੈਂ ਵੇਖਿਆ ਕੋਈ ਥਕਾਵਟ ਨਹੀਂ, ਕੰਮ ਕਰਕੇ ਤੁਹਾਨੂੰ ਪੈਸੇ ਮਿਲਣਗੇ, ਆ ਮਹੀਨੇ ਬਾਅਦ ਤਨਖਾਹਾਂ ਮਿਲਣੀਆਂ ਨੇ, ਬੰਦੇ ਨੱਚਦੇ ਫਿਰਦੇ, ਕਈਆਂ ਨੂੰ ਮੈਂ ਵੇਖਿਆ ਨਹੀਂ ਖੁਸ਼ੀ ਮਨਾਉਂਦੇ ਨੇ, ਕਈ ਛੱਡ ਛੁੱਟ ਕੇ ਆਪਦੇ ਭੱਜ ਜਾਂਦੇ ਵੀ ਚਲੋ ਆਨੰਦ ਲਓ। ਕੰਮ ਕਰਕੇ ਤਾਂ ਖੁਸ਼ੀ ਮਿਲਦੀ ਹੈ ਬੰਦੇ ਨੂੰ, ਪੈਸਾ ਵੇਖ ਕੇ ਬੰਦੇ ਦੀ ਸਾਰੀ ਥਕਾਵਟ ਲੈ ਜਾਂਦੀ, ਕੰਮ ਤੋਂ ਨਹੀਂ ਥੱਕੀਦਾ। ਸਾਨੂੰ ਭੈੜੇ ਸੰਸਕਾਰ ਬੋਝ ਬਣ ਕੇ ਅਤੇ ਮਨ 'ਤੇ ਭਾਰੂ ਬਣਾ ਕੇ ਥਕਾਉਂਦੇ ਨੇ। ਕਿਉਂ? ਥਕਾਵਟ ਸਾਰੀ ਉਹ ਆਪਦੀ ਮਾਨਸਿਕ ਸਥਿਤੀ ਦੀ ਹੋਈ ਹੈ। ਆਪਦਾ ਸਿਸਟਮ ਸਹੀ ਕਰ ਲਓ ਤਾਂ ਚੜ੍ਹਦੀ ਕਲਾ। ਤੋ ਇਸ ਲਈ ਜਿਹੜੇ ਬ੍ਰਹਮ ਵੇਤੇ ਨੇ ਉਹਨਾਂ ਦੀ ਬਿਰਤੀ ਨਾਮ 'ਚ ਜੋ ਇਕਾਗਰ ਹੈ। ਇਸ ਲਈ ਜੇ ਉਹ ਸੁੱਤੇ ਨੇ ਤਾਂ ਵੀ ਸੁੱਤੇ ਹੋਏ ਨਹੀਂ ਸਾਡੇ ਵਾਂਗ, ਉਹ ਜਾਗਦੇ ਪਏ ਹਨ, ਕਿਉਂਕਿ ਬ੍ਰਹਮ ਗਿਆਨ ਦੀ ਜਾਗਰਤ ਅਵਸਥਾ ਦੇ ਵਿੱਚ ਉਹਨਾਂ ਦੀ ਬਿਰਤੀ ਅਰੂੜ ਰਹਿੰਦੀ ਹੈ। ਸੌਣ ਸਮੇਂ ਵੀ ਬਿਰਤੀ ਸਤੋਗੁਣ 'ਚ ਲੀਨ ਹੁੰਦੀ,
ਤੇ ਜਾਗਦਿਆਂ ਦਾ ਬੜਾ ਵਾਹਿਗੁਰੂ ਵਾਹਿਗੁਰੂ ਕਰਦੇ ਰਹਿੰਦੇ, ਜਿਸ ਕਰਕੇ ਉਹਨਾਂ ਦਾ ਗਿਆਨ ਕਦੀ ਵੀ ਨਹੀਂ ਭੁੱਲਦਾ ਹੈ। ਸੰਗਤ ਕੁਲ ਤਾਰੇ ਸਾਚ ਬਰੀਸਾ ਹੈ। ਸੰਤ ਜਨ ਸੰਗਤ ਕਰਨ ਵਾਲੇ ਜਗਿਆਸੂਆਂ ਤੇ ਉਹਨਾਂ ਦੀਆਂ ਕੁਲਾਂ ਨੂੰ ਵੀ ਤਾਰ ਦਿੰਦੇ ਹਨ। ਸੱਚੇ ਨਾਮ ਨੂੰ ਪਰੋਸਦੇ, ਭਾਵ ਆਪ ਜਪਦੇ ਤੇ ਹੋਰਨਾਂ ਨੂੰ ਜਪਾਉਂਦੇ ਨੇ। ਸੱਚੇ ਨੂੰ ਹੀ ਉਹ ਪਰਖਦੇ ਹਨ। ਗੁਰੂ ਕਲਗੀਧਰ ਮਹਾਰਾਜ ਇੱਕ ਵਾਰ ਸੁੱਤੇ ਪਏ ਸਨ ਆਨੰਦਪੁਰ ਸਾਹਿਬ। 25 ਸਿੰਘ ਪਹਿਰੇ 'ਤੇ ਰਹਿੰਦੇ ਤੇ ਤਮਾਸ਼ਾ ਲੱਗਾ ਸੀਗਾ, ਰਾਸ ਪੈਂਦੀ ਸੀਗੀ ਸ਼ਹਿਰ ਦੇ ਵਿੱਚ। ਅੱਧੇ ਕਹਿਣ ਵੀ ਚੱਲੀਏ, ਅੱਧੇ ਕਹਿਣ ਨਹੀਂ ਗੁਰੂ ਜੀ ਗੁੱਸੇ ਹੋਣਗੇ, ਤੇ ਕਈ ਕਹਿਣ ਮਹਾਰਾਜ ਦਾ ਸੌਂ ਗਏ ਨੇ, ਇਹਨਾਂ ਕਿਹੜਾ ਅਜੇ ਹੁਣੇ 3 ਵਜੇ ਉੱਠਣਾ ਤੇ ਆਪਾਂ ਉਹਨੇ ਚਿਰ ਨੂੰ ਆ ਜਾਣਾ। ਉਹ ਕਈ ਤਾਂ ਚਲੇ ਗਏ, ਕਈ ਡਰਦੇ ਮਾਰੇ ਉੱਥੇ ਖੜ੍ਹੇ ਰਹੇ। ਜਿਹੜੇ ਚਲੇ ਗਏ ਉਹਨਾਂ ਦਾ ਮਨ ਗੁਰੂ ਜੀ ਵਿੱਚ ਰਿਹਾ, ਜਿਹੜੇ ਖੜ੍ਹੇ ਰਹੇ ਉਹ ਸੋਚਦੇ ਰਹੇ ਕਿ ਆਪਾਂ ਵੀ ਚਲੇ ਜਾਂਦੇ, ਗੁਰੂ ਜੀ ਕਿਹੜਾ ਉੱਠੇ ਨੇ। ਫਿਰ ਗੁਰੂ ਜੀ ਨੇ ਅਗਲੇ ਦਿਨ ਦੀਵਾਨ ਦੇ ਵਿੱਚ ਸਾਰੇ ਪਹਿਰੇਦਾਰਾਂ ਨੂੰ ਤਲਬ ਕੀਤਾ। ਪਾਤਸ਼ਾਹ ਕਹਿੰਦੇ ਤੁਸੀਂ ਮੈਨੂੰ ਕੀ ਸਮਝਿਆ ਵੀ ਮੈਂ ਸੁੱਤਾ ਪਿਆ ਸੀਗਾ? ਹਾਜ਼ਰ ਗੈਰ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ। ਤੋ ਇਸ ਲਈ ਮਹਾਰਾਜ ਵੀ ਹਮੇਸ਼ਾ ਜਾਗਦੇ ਨੇ। ਉਹਨਾਂ ਦੇ ਪਿਆਰ ਵਾਲੇ ਗੁਰਮੁਖ ਉਹਨਾਂ ਦੀ ਸੇਵਾ 'ਚ ਹਮੇਸ਼ਾ ਦਿਨ ਅਤੇ ਰਾਤ ਤਤਪਰ ਰਹਿੰਦੇ ਹਨ। ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ। ਅਖੰਡ ਕੀਰਤਨੀਏ ਗੁਰਮੁਖ ਉਹ ਖਾਸ ਕਰਕੇ ਹਫਤੇ ਬਾਅਦ ਸੈਚਰਡੇ ਦਿਨ ਰਾਤ ਨੂੰ ਜਾ ਕੇ ਰਹਿਣ ਸਬਾਈ ਕੀਰਤਨ ਕਰਦੇ ਹਨ। ਕਲ ਮਲ ਮੈਲ ਨਹੀਂ ਤੇ ਨਿਰਮਲ। ਜਿਹੜੇ ਜਾ ਕੇ ਭਜਨ ਕਰਦੇ ਨੇ ਉਹਨਾਂ ਦੇ ਅੰਦਰ ਪਾਪਾਂ ਦੀ ਮਲੀਨਤਾ ਹੀ ਨਹੀਂ ਹੈ। ਉਹ ਸੰਤ ਜਨ ਉਜਲ ਚਿੱਤ ਵਾਲੇ ਹਨ। ਓਏ ਰਹਾ ਭਗਤ ਲਿਵਲਾਈ ਹੈ। ਉਹ ਰਾਤ ਦਿਨ ਪਰਮੇਸ਼ਰ ਦੀ ਭਗਤੀ ਦੇ ਵਿੱਚ ਬਿਰਤੀ ਲਗਾ ਕੇ ਰਹਿੰਦੇ ਹਨ। ਪੂਜੋ ਹਰ ਜਨ ਸਤਿਗੁਰ ਬਾਣੀ। ਹੇ ਪਰਮੇਸ਼ਰ ਦੇ ਜਨੋ, ਸਤਿਗੁਰਾਂ ਦੀ ਅੰਮ੍ਰਿਤ ਰੂਪ ਬਾਣੀ ਨੂੰ ਸਮਝੋ, ਹਰੀ ਦੇ ਜਨਾਂ ਕੋਲੋਂ ਸਮਝੋ। ਇਹੋ ਜੋ ਬਨ ਸਾਸ ਹਦੇਹ ਪੁਰਾਣੀ। ਜੋ ਗੁਰਬਾਣੀ ਇਹ ਦੱਸ ਰਹੀ ਹੈ ਕਿ ਜਵਾਨੀ ਇਹ ਸਵਾਸ ਤੇ ਦੇਹ ਪੁਰਾਣੀ ਹੁੰਦੀ ਜਾਂਦੀ ਹੈ। ਮਤਲਬ ਪਹਿਲਾਂ ਕੁਝ ਗੱਲ ਹੋਰ ਸੀਗੀ, ਹੁਣ ਉਮਰ ਦੇ ਹਿਸਾਬ ਨਾਲ ਸਰੀਰ ਢਿੱਲਾ ਜਿਹਾ ਪੈ ਗਿਆ, ਅੱਗੇ ਦੀ ਅੱਗੇ ਇਹਨੇ ਹੋਰ ਨਿੱਘਰਦਾ ਜਾਣਾ ਹੈ। ਇਸ ਲਈ ਸਮੇਂ ਨੂੰ ਸੰਭਾਲਣਾ ਚਾਹੀਦਾ ਹੈ। ਜ਼ਿੰਦਗੀ ਦਾ ਦੂਸਰਾ ਨਾਮ ਸਮਾਂ ਹੈ। ਜਿਹਨੇ ਸਮੇਂ ਦੀ ਕਦਰ ਨਹੀਂ ਕੀਤੀ ਉਹ ਹਮੇਸ਼ਾ ਧੋਖਾ ਖਾਂਦਾ ਹੈ। ਆਜ ਕਾਲ ਮਰ ਜਾਈਐ ਪ੍ਰਾਣੀ। ਇਸ ਲਈ ਇਹ ਪ੍ਰਾਣਾਧਾਰੀ ਜੀਵੋ, ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ, ਪਰੋਂ ਆਜ ਕੈ ਕਾਲ, ਭਾਵ ਥੋੜ੍ਹੇ ਸਮੇਂ ਵਿੱਚ ਹੀ। ਕੱਲ੍ਹ ਕੀ ਕਹਿੰਦਾ, ਅੱਜ ਹੀ ਮਰ ਜਾਣਾ ਹੈ। ਹਰ ਜਪ ਜਪ ਹਿਰਦੈ ਧਿਆਈ ਹੈ। ਇਸ ਲਈ ਹਰੀ ਪਰਮੇਸ਼ਰ ਦੇ ਜਪ ਨੂੰ ਰਸਨਾ ਕਰਕੇ ਜਪਣਾ ਕਰ ਅਤੇ ਹਿਰਦੇ ਵਿੱਚ ਧਿਆਉਣਾ ਕਰ। ਸਰਮਣੀ ਸੁਣੀਐ ਰਸਨਾ ਗਾਈਐ, ਹਿਰਦੈ ਧਿਆਈਐ ਸੋਈ। ਛੋਡਾ ਪ੍ਰਾਣੀ ਕੂੜ ਕਬਾੜਾ। ਇਹ ਪ੍ਰਾਣਾਧਾਰੀ ਜੀਵੋ, ਕੂੜ ਕਬਾੜ ਛੱਡ ਦਿਓ, ਮਤਲਬ ਝੂਠ ਬੋਲਣਾ, ਗੱਪਾਂ ਮਾਰਨੀਆਂ ਛੱਡ ਦਿਓ। ਮੈਂ ਵੇਖਿਆ ਤੁਸੀਂ ਆਪਦੇ ਫੋਨ ਦੀ ਮੈਮਰੀ ਚੈੱਕ ਕਰੋਗੇ, ਘੰਟਿਆਂ ਬੱਧੀ ਤੁਸੀਂ ਕਾਲਾਂ ਰਿਸੀਵ ਕੀਤੀਆਂ ਹੋਣਗੀਆਂ, ਘੰਟਿਆਂ ਬੱਧੀ ਬੋਲੇ ਹੋਵੋਗੇ। ਇੰਨਾ ਵੀ ਸੱਚ ਨਹੀਂ ਬੋਲਿਆ ਜਾਂਦਾ, ਬੰਦਾ ਝੂਠ ਹੀ ਬੋਲਦਾ ਹੈ ਹਮੇਸ਼ਾ ਹੀ। ਹੁੰਦਾ ਕਿਤੇ ਹੈ, ਦੱਸਦਾ ਆਪਣੇ ਆਪ ਨੂੰ ਕਿਤੇ ਹੈ, ਅਤੇ ਕਰਦਾ ਕੁਝ ਹੈ, ਦੱਸਦਾ ਕੁਝ ਹੈ ਕਿ ਮੈਂ ਕੀ ਕਰ ਰਿਹਾ। ਅੱਜ ਕੱਲ੍ਹ ਉਹ ਸਿਸਟਮ ਹੋਰ ਐਡਵਾਂਸ ਚਲੇ ਗਏ, ਉਹ ਲੋਕੇਸ਼ਨਾਂ ਚੈੱਕ ਹੋ ਜਾਂਦੀਆਂ ਵੀ ਬੰਦਾ ਝੂਠ ਬੋਲ ਰਿਹਾ ਸੱਚ ਬੋਲ ਰਿਹਾ। ਤੋ ਇਸ ਲਈ ਜਿਹੜਾ ਫੋਨ ਹੈ ਇਹ ਅਸਲ ਦੇ ਵਿੱਚ ਤਾਂ ਜ਼ਰੂਰੀ ਗੱਲ ਕਰਨ ਵਾਸਤੇ ਅਤੇ ਸੁਣਨ ਵਾਸਤੇ ਹੈ। ਮੈਂ ਹੈਰਾਨ ਹੁੰਦਾ ਹਾਂ ਹਮੇਸ਼ਾ ਹੀ, ਕਈ ਵਾਰ ਬਾਹਰ ਤੋਂ ਕਾਲ ਆਉਂਦੀ ਹੈ ਅਤੇ ਉਹ ਡਰਾਈਵਰੀ ਕਰਦੇ ਲੱਗੇ ਰਹਿੰਦੇ ਨੇ। ਕਈ ਵਾਰ ਵੇਖਿਆ ਵੀ ਘੰਟੇ ਬਾਅਦ ਫੋਨ ਆਪਣੇ ਆਪ ਹੀ ਟਰਿੱਪ ਮਾਰ ਜਾਂਦਾ। ਬੰਦਾ ਸੋਚਦਾ ਵੀ ਫੋਨ ਕਿਵੇਂ ਬੰਦ ਹੋ ਗਿਆ। ਫੋਨ ਵੀ ਸਾਡੇ ਨਾਲੋਂ ਸਿਆਣਾ। ਕੰਪਨੀਆਂ ਵਾਲੇ ਸਮਝਾਉਂਦੇ ਵੀ ਮੂਰਖੋ, 1 ਘੰਟਾ ਤੁਸੀਂ ਬੋਲ ਲਿਆ ਅਤੇ ਸੁਣ ਲਿਆ,
1 ਘੰਟੇ ਬਾਅਦ ਆਟੋਮੈਟਿਕ ਫੋਨ ਕੱਟਿਆ ਜਾਊਗਾ, ਕਿਤੇ ਵੇਖ ਲਿਓ, ਘੰਟਾ ਕਾਲ ਕਰਕੇ ਉਹ ਤੁਹਾਨੂੰ ਸਮਝਾਊਗਾ ਵੀ 1 ਘੰਟਾ ਹੋ ਗਿਆ, ਬਸ ਕਰੋ, ਹੱਥ ਜੋੜੇ ਵੀ ਬਹੁਤਾ ਨਾ ਵਰਤੋ, ਸਿਹਤ 'ਤੇ ਗਲਤ ਅਸਰ ਪੈਂਦਾ। ਇਸ ਲਈ ਜੇ 1 ਘੰਟਾ ਕੋਈ ਸੁਖਮਨੀ ਸਾਹਿਬ ਦਾ ਪਾਠ ਕੀਤਾ ਹੋਵੇ ਕਿੰਨਾ ਚੰਗਾ ਹੋਵੇ, ਕੋਈ ਜ਼ਰੂਰੀ ਗੱਲ ਕਰੋ। ਇੱਧਰ ਉੱਧਰ ਦੀਆਂ ਨਿੰਦਿਆ ਚੁਗਲੀ ਵਾਲੀਆਂ ਗੱਪਾਂ ਮਾਰਨੀਆਂ ਜਾਂ ਸਕਰੀਨ ਦੇ ਟੱਚ ਦੇ ਲੱਗੇ ਰਹਿਣਾ, ਇਹ ਕੋਈ ਚੰਗਾ ਕੰਮ ਨਹੀਂ। ਸੋ ਜਾਂ ਕੂੜ ਕਬਾੜ ਜੋ ਵਿਸ਼ੇ ਵਿਕਾਰ ਹਨ, ਪਦਾਰਥਾਂ ਦਾ ਮੋਹ ਹੈ, ਇਹ ਸੋ ਝੂਠੀਆਂ ਚੀਜ਼ਾਂ ਨੇ। ਮਹਾਰਾਜ ਨੇ ਆਖਿਆ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੀਆਂ ਕੂੜ ਕੀ ਬੀਬੀ ਖੱਪ ਹੋਏ ਖਾਰ, ਕੂੜ ਕੂੜਾ ਨੇਹੋਂ ਲੱਗਾ ਵਿਸਰਿਆ ਕਰਤਾਰ। ਗੁਰਦੁਆਰੇ ਸੱਚ ਚੱਲਦਾ, ਸੱਚ ਮਤਲਬ ਬਾਣੀ ਦਾ ਪਾਠ ਚੱਲਦਾ ਰਹਿੰਦਾ। ਜੇ ਬਾਣੀ ਸੁਣਦਿਆਂ ਜਾਂ ਚੱਲਦਿਆਂ ਹੋਇਆਂ ਵੀ ਅਸੀਂ ਆਪ ਦੀਆਂ ਗੱਲਾਂ ਮਾਰਦੇ ਹਾਂ, ਸਮਝ ਲਓ ਵੀ ਕੂੜ ਕਬਾੜ 'ਚ ਲੱਗੇ ਹੋਏ ਆ। ਇਸ ਲਈ ਕਮ ਸੇ ਕਮ ਗੁਰੂ ਘਰ ਵੱਲ ਮੂੰਹ ਕਰਦਿਆਂ ਸਾਰੀ ਗੁਰਦੁਆਰੇ ਦੀ ਯਾਤਰਾ ਕਰਦਿਆਂ ਗੁਰਦੁਆਰਾ ਕੰਪਲੈਕਸ ਦੇ ਵਿੱਚ ਤਾਂ ਕੂੜ ਕਬਾੜ ਛੱਡ ਦਿਓ, ਗੱਪਾਂ ਮਾਰਨੀਆਂ ਤੋ ਝੂਠ ਬੋਲਣਾ ਜਾਂ ਕਿਸੇ ਦੀ ਝੂਠੀ ਝੋਲੀ ਚੁੱਕਣੀ ਉਸਤਤੀ ਕਰਨੀ ਛੱਡ ਦਿਓ। ਕੂੜ ਮਾਰੇ ਕਾਲ ਉਛਾਹੜਾ, ਕਿਉਂਕਿ ਝੂਠ ਬੋਲਣ ਵਾਲੇ ਨੂੰ ਕੁੱਟ ਪੈਂਦੀ ਹੈ। ਇੱਕ ਦਿਨ ਕਾਲ ਉਤਸ਼ਾਹ ਦੇ ਸਹਿਤ ਉਛਲ ਕੇ ਉਹਦੇ ਗਲ ਪੈਂਦਾ, ਉਹਨੂੰ ਮਾਰ ਸੁੱਟਦਾ ਹੈ। ਸਾਗਤ ਕੂੜ ਪਚੈ ਮਨ ਹਉਮੈ, ਕਠੋਰ ਚਿੱਤ ਵਾਲੇ ਪਤਿਤ ਪੁਰਸ਼ ਝੂਠ ਬੋਲਣ ਵਿੱਚ ਅਤੇ ਹਿਰਦੇ ਵਿੱਚ ਹੰਗਤਾ ਮਮਤਾ ਧਾਰਨ ਕਰਕੇ ਹਮੇਸ਼ਾ ਸੜਦੇ ਰਹਿੰਦੇ ਨੇ। ਇੱਕ ਝੂਠ ਲੁਕਾਉਣ ਦੇ ਲਈ ਸਾਨੂੰ 100 ਝੂਠ ਹੋਰ ਬੋਲਣਾ ਪਏਗਾ। ਇਸ ਲਈ ਕਿਉਂ ਨਾ 1 ਮਿੰਟ ਦੀ ਪਰੇਸ਼ਾਨੀ, ਥੋੜ੍ਹਾ ਜਿਹਾ ਮੁੜਕਾ ਹੀ ਆ ਜਾਊਗਾ, ਬਸ ਸੱਚ ਬੋਲੋ ਅਤੇ ਆਪ ਦਾ ਮਨ ਹਲਕਾ ਕਰੋ, ਜੋ ਕੁਛ ਹੁੰਦਾ ਪਿਆ ਹੋਵੇ, ਫਿਰ ਕੀ ਆ। ਇਸ ਵਾਸਤੇ ਸੱਚ ਤੋਂ ਭਲਾ ਕਿਉਂ ਭੱਜਦੇ ਹੋ? ਨਹੀਂ ਤਾਂ ਬੰਦਾ ਆਪਦੇ ਆਪ 'ਚ ਸੜਦਾ ਰਹਿੰਦਾ, ਕੁੜਦਾ ਰਹਿੰਦਾ, ਅੰਦਰੋਂ ਅੰਦਰ ਉਹਨੂੰ ਔਗਣ ਵਿਕਾਰ ਤੰਗ ਕਰਦੇ ਰਹਿੰਦੇ ਨੇ। ਦੋਹ ਮਾਰਗ ਪਚੈ ਪਚਾਈ ਹੈ, ਜੰਮਣ ਦੇ ਮਰਨ ਦੇ ਇਹ ਜਿਹੜੇ 2 ਰਸਤੇ ਨੇ, ਇਹਨਾਂ ਦੇ ਵਿੱਚ ਜਾਂ ਦਵੈਤ ਭਾਵ ਦੇ ਵਿੱਚ ਹਿੰਦੂ ਅਤੇ ਮੁਸਲਮਾਨ, ਦੇਵਤੇ ਅਤੇ ਦੈਤ, ਨਰਕ ਅਤੇ ਸਵਰਗ, ਪਾਪ ਅਤੇ ਪੁੰਨ, ਇਹ 2 ਰਸਤਿਆਂ ਵਿੱਚ ਪਏ ਹੋਏ ਆਪ ਸੜਦੇ, ਆਪਣੇ ਸੰਗੀਆਂ ਨੂੰ ਵੀ ਸਾੜਦੇ ਹਨ। ਛੋਡਾ ਨਿੰਦਾ ਤਾਤ ਪਰਾਈ, ਮਹਾਰਾਜ ਝੂਠ ਬੋਲਣ ਬਾਰੇ ਸਮਝ ਨਹੀਂ ਆਈ ਕਿ ਤੁਸੀਂ ਕੀ ਸਮਝਾਇਆ ਹੈ, ਝੂਠ ਕੀ ਨਹੀਂ ਬੋਲਣਾ ਚਾਹੀਦਾ। ਮਹਾਰਾਜ ਕਹਿੰਦੇ ਕਿ ਕਿਸੇ ਦੀ ਝੂਠੀ ਗੱਲ ਨਾ ਕਰੋ, ਉਹਨੂੰ ਨਿੰਦਿਆ ਕਹਿੰਦੇ ਨੇ। ਹੇ ਭਾਈ, ਪਰਾਈ ਨਿੰਦਿਆ ਫਕੀਰਤੀ ਤੇ ਤਾਤ ਈਰਖਾ ਨੂੰ ਛੱਡਣਾ ਕਰੋ। ਛੋਡੋ ਨਿੰਦਾ ਤਾਤ ਪਰਾਈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਪੜ ਪੜ ਦੱਜਹ ਸਾਤ ਨ ਆਈ, ਜੋ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਕੇ ਈਰਖਾ ਦੀ ਅੱਗ 'ਚ ਸੜਦੇ ਰਹਿੰਦੇ, ਜੋ ਨਿੰਦਾ ਤੇ ਈਰਖਾ 'ਚ ਪੈ ਕੇ ਸੜਦੇ ਰਹਿੰਦੇ, ਉਹਨਾਂ ਨੂੰ ਸ਼ਾਂਤੀ ਨਹੀਂ ਆਉਂਦੀ ਹੈ। ਮੈਲ ਸਤ ਸੰਗਤ ਨਾਮ ਸਲਾਹੋ, ਮਹਾਰਾਜ ਸੱਚ ਬੋਲਣ ਦਾ ਮਤਲਬ ਕੀ ਹੈ? ਪਾਤਸ਼ਾਹ ਜੀ ਕਹਿੰਦੇ ਕਿ ਸੱਚ ਨਾਮ ਹੈ ਵਾਹਿਗੁਰੂ ਜਪਣ ਦਾ। ਹੇ ਭਾਈ, ਸਤ ਸਰੂਪ ਦੀ ਭਲੀ ਪ੍ਰਕਾਰ ਪ੍ਰਾਪਤੀ ਕਰਾਉਣ ਵਾਲੀ ਸੰਗਤ ਨਾਲ ਮਿਲ ਕੇ ਉਸ ਪਰਮੇਸ਼ਰ ਦਾ ਨਾਮ ਸਲਾਹੁਣਾ ਕਰੋ। ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ, ਆਸਾ ਦੀ ਵਾਰ, ਉੱਥੇ ਸੱਚੋ ਹੀ ਸੱਚ ਨਿਬੜੈ, ਚੁਨ ਵੱਖ ਕੱਢੇ ਜਜ ਮੰਨ ਲਿਆ। ਇਉਂ ਸੱਚੇ ਨਾਮ ਨੂੰ ਜਪੋ ਅਤੇ ਨਾਮ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹ ਕਰੋ। ਆਤਮ ਰਾਮ ਸਖਾਈ ਹੈ, ਜੋ ਰਾਮ ਪਰਮੇਸ਼ਰ ਮਨ ਜੀਵ ਆਤਮਾ ਦਾ ਸਖਾ ਮਿੱਤਰ ਹੈ। ਛੋਡਹੁ ਕਾਮ ਕ੍ਰੋਧ ਬੁਰਿਆਈ, ਝੂਠ ਬਾਰੇ ਹੋਰ ਦੱਸੋ ਜੀ। ਮਹਾਰਾਜ ਕਹਿੰਦੇ ਕਾਮ ਵੀ ਝੂਠ ਹੈ, ਇਹ ਮੰਦ ਵਾਸ਼ਨਾ, ਕ੍ਰੋਧ ਵੀ ਝੂਠ ਹੈ, ਗੁੱਸਾ ਤੇ ਬੁਰਿਆਈ, ਬੁਰੇ ਕੰਮ ਵੀ ਝੂਠ ਨੇ, ਇਹਨਾਂ ਨੂੰ ਤਿਆਗਣਾ ਕਰੋ। ਹਉਮੈ ਧੰਦ ਛੋਡਹੁ ਲੰਪਟਾਈ, ਇਹ ਜਿਹੜੀ ਹੰਗਤਾ ਮਮਤਾ ਹੈ, ਪਦਾਰਥਾਂ ਦੀ ਧੌਣੀ, ਮਤਲਬ ਇਹਨਾਂ ਦੀ ਪ੍ਰਾਪਤੀ ਲਈ ਦੌੜ ਭੱਜ ਪਏ, ਇਹ ਝੂਠੀ ਹੈ। ਵਿਅਰਥ ਭੱਜ ਦੌੜ ਤੇ ਵਿਕਾਰਾਂ ਵਿੱਚ ਲੰਬਟ ਪੁਣਾ, ਖਚਤ ਹੋਣਾ ਵੀ ਝੂਠ ਹੈ, ਇਹਨੂੰ ਛੱਡ ਦੇਣਾ ਕਰੋ।
ਸਤਿਗੁਰ ਸਰਨ ਪਰੋ ਤਾਂ ਉਬਰਹੁ। ਹੇ ਭਾਈ, ਸਤਿਗੁਰਾਂ ਦੀ ਓਟ ਵਿੱਚ ਪੈਣਾ ਕਰੋ, ਤਾਂ ਹੀ ਇਹਨਾਂ ਵਿਕਾਰਾਂ ਤੋਂ ਬਚ ਸਕੋਗੇ। ਇਉ ਤਰੀਐ ਭਵ ਜਲ ਪਾਈ ਹੈ। ਇੰਜ ਤੁਸੀਂ ਸੰਸਾਰ ਸਮੁੰਦਰ ਤੋਂ ਤਰੋਗੇ ਮੇਰੇ ਭਰਾਵੋ। ਆਗੈ ਬਿਮਲ ਨਦੀ ਅਗਨ ਬਿਖ ਝੇਲਾ। ਜੇ ਸਾਡੀ ਗੱਲ ਨਹੀਂ ਮੰਨੋਗੇ ਤਾਂ ਮਰਨ ਤੋਂ ਬਾਅਦ ਅੱਗੇ ਪਰਲੋਕ ਵਿੱਚ ਦੁਖੀ ਹੋਵੋਗੇ, ਕਿਉਂਕਿ ਵਿਸ਼ੇਸ਼ ਕਰਕੇ ਮੈਲ ਸਹਿਤ ਲਹੂ ਪਾਕ ਦੀ ਬੈਤਰਨੀ ਨਦੀ ਹੈ। ਅੱਗੇ ਅੱਗ ਦੇ ਸਦਰਸ਼ ਜ਼ਹਿਰ ਰੂਪੀ ਧੁੱਪ ਦਾ ਤਾਪ ਹੈ, ਅਤੇ ਅੱਗੇ 10,000 ਯੋਜਨ ਅੱਗ ਦਾ ਸਮੁੰਦਰ ਹੈ, ਅਤੇ ਜ਼ਹਿਰ ਰੂਪ ਅਸਪੱਤਰ ਬਣ ਹੈ। ਇੱਕ ਜਿੱਥੇ ਮੈਂ ਰਹਿੰਦਾ ਅੱਜ ਕੱਲ੍ਹ ਸਾਡੀ ਗਲੀ 'ਚ ਹੁਣ ਗੁਰਮੁਖ ਚੜ੍ਹਾਈ ਕਰ ਗਏ, ਕੇਸਾ ਧਾਰੀ ਚੰਗੇ ਵਿਚਾਰਾਂ ਵਾਲੇ ਗੁਰਮੁਖ ਸੀਗੇ, ਅਤੇ ਉਹ 2-4 ਘੰਟੇ ਬੇਹੋਸ਼ ਰਹੇ। ਸ਼ੂਗਰ ਦੇ ਮਰੀਜ਼ ਸੀ। ਕਹਿੰਦਾ ਮੈਂ ਮਰ ਕੇ ਆਇਆ। ਘਰ ਦੇ ਹੱਸਣ, ਕਹਿੰਦੇ ਐਵੇਂ ਝੂਠ ਨਾ ਬੋਲ। ਕਹਿੰਦੇ ਨਹੀਂ, ਮੈਂ ਸਭ ਕੁਝ ਵੇਖ ਆਇਆ। ਉੱਥੇ ਨਦੀ ਹੈ, ਕਹਿੰਦੇ ਬੜੀ ਦੁੱਖਾਂ ਭਰੀ ਨਦੀ ਹੈ, ਅਤੇ ਮੈਨੂੰ ਨਾ ਡਰਾਇਆ ਵੀ ਇੱਥੇ ਸੁੱਟਾਂਗੇ ਹੀ ਉਹ ਤੈਨੂੰ। ਅਤੇ ਅਸਪੱਤਰਨ ਬਣ ਸਭ ਕੁਝ ਉਹਨੇ ਦੱਸਿਆ ਵੀ ਆਹ ਕੁਛ ਮੈਂ ਵੇਖ ਕੇ ਆਇਆ। ਅਤੇ ਆਵਾਜ਼ ਆਈ ਹੈ ਵੀ ਅਜੇ ਥੋੜ੍ਹੀ ਉਮਰ ਤੇਰੀ ਬਾਕੀ ਹੈ, ਅਤੇ ਜਿੰਨਾ ਤੇਰਾ ਭਾਰ ਹੈ, ਹਲਕਾ ਜਿਹਾ ਸਰੀਰ ਸੀ ਉਹਨਾਂ ਦਾ, ਸ਼ੂਗਰ ਕਰਕੇ ਖਾਧਾ ਗਿਆ ਸੀ, ਆਪਦੇ ਭਾਰ ਦੇ ਬਰਾਬਰ ਦਾਨ ਕਰਕੇ ਆ। ਫਿਰ ਕੁਝ ਦਿਨਾਂ ਬਾਅਦ ਹੀ ਉਹ ਚੜ੍ਹਾਈ ਕਰ ਗਏ। ਤੋ ਇਸ ਵਾਸਤੇ ਇਹ ਸਭ ਕੁਝ ਸੱਚ ਹੈ। ਦੁਨੀਆ ਝੂਠ ਬੋਲਦੀ ਹੈ ਵੀ ਇੱਥੇ ਹੀ ਸਭ ਕੁਛ, ਅੱਗੇ ਕੁਝ ਨਹੀਂ ਹੈ। ਅੱਗੇ ਜਮਕਾ ਲੇਖਾ ਲੇਵੈ ਜੇ ਤਿਲ ਕਹਾਣੀ ਬੈਠਾਏ ਦਾ। ਇੱਕ ਅਮਰੀਕਾ ਦਾ ਕੁਲਦੀਪ ਸਿੰਘ ਦੀ ਮੈਂ ਇੰਟਰਵਿਊ ਸੁਣੀ, ਉਹ ਵੀ ਬੜਾ ਸਪਸ਼ਟ ਅੱਖਰਾਂ 'ਚ ਦੱਸਦਾ। ਕਹਿੰਦਾ ਵੀ ਟਰੱਕ ਚਲਾਉਂਦਾ ਅਤੇ ਮੈਂ ਚੜ੍ਹਾਈ ਕਰ ਗਿਆ, ਅਤੇ ਕੋਈ ਅੰਦਰ ਗੋਲਾ ਜਿਹਾ ਕਹਿੰਦੇ ਫਟਿਆ, 4-5 ਘੰਟੇ ਮਰਿਆ ਰਿਹਾ। ਡਾਕਟਰਾਂ ਨੇ ਵੀ ਡੈੱਡ ਕਰਾਰ ਦੇ ਦਿੱਤਾ। 4 ਘੰਟਿਆਂ ਬਾਅਦ ਕੁੱਟ ਕੱਟ ਖਾ ਕੇ ਚੰਗਾ ਦੈਂਬੜ ਉਹਨਾਂ ਮਾਰੀ। ਕੋਈ ਨਿਹੰਗ ਸੋਂ ਬਾਣੇ ਵਾਲਾ ਉਹਨੇ ਦਬਕਾ ਮਾਰਿਆ ਵੀ ਉਹਨੂੰ ਕਿੱਧਰ ਲਈ ਚੱਲਦੇ ਹੋਏ, ਇਹਨੇ ਮੇਰੇ ਪੈਸੇ ਦੇਣੇ ਨੇ। ਅਤੇ ਉਹਦੇ ਕਹਿਣ ਤੋਂ ਕਹਿੰਦੇ ਮੈਨੂੰ ਨਾ ਵਗਾ ਕੇ ਨਦੀ 'ਚ ਮਾਰਨਾ ਸੀ ਅਤੇ ਪਰਾਂ ਸੁੱਟ ਦਿੱਤਾ। ਉਸ ਲਈ ਜਾਗ ਆ ਗਈ, ਵੇਖਿਆ ਵੀ ਮੈਂ ਤਾਂ ਹੌਸਪੀਟਲ ਪਿਆ। ਡਾਕਟਰ ਕਹਿੰਦੇ ਨੱਚੇ, ਖੁਸ਼ੀ ਮਨਾਈ। ਅਤੇ ਬਾਅਦ ਵਿੱਚ ਕਹਿੰਦਾ ਮੈਂ ਨਿਤਨੇਮ ਨਹੀਂ ਛੱਡਿਆ। 35 ਮਾਲਾ ਮੂਲ ਮੰਤਰ ਦੀਆਂ ਕਹਿੰਦੇ ਹੁਣ ਮੈਂ ਫੇਰਦਾ, ਕਿਉਂਕਿ ਮੈਂ ਅੱਗੇ ਸਭ ਕੁਝ ਵੇਖ ਆਇਆ। ਅਤੇ ਦਸਵੰਧ ਦੇ ਵਿੱਚੋਂ ਹੋਰ ਵੀ ਜਿੱਥੇ ਲੋੜ ਪਏ ਦਾਨ ਪੁੰਨ ਕਰਕੇ ਆਪ ਦਾ ਭਲਾ ਕਰੀਦਾ। ਇਉਂ ਸਭ ਕੁਛ ਅੱਗੇ ਹੈ। ਪਾਤਸ਼ਾਹ ਜੀ ਫਰਮਾਉਂਦੇ ਨੇ, ਆਗੈ ਬਿਮਲ ਨਦੀ ਅਗਨ ਬਿਖ ਝੇਲਾ। ਅੱਗੇ ਵਿਸ਼ੇਸ਼ ਕਰਕੇ ਅਸਤ ਜੜ ਦੁੱਖ ਰੂਪ ਵਾਲੀ ਅਵਿਦਿਆ ਰੂਪ ਨਦੀ ਹੈ, ਤ੍ਰਿਸ਼ਨਾ ਰੂਪ ਅੱਗ ਤੇ ਕ੍ਰੋਧ ਰੂਪੀ ਅਸਪੱਤਰ ਬਣ ਹੈ। ਤਿਥੈ ਅਵਰ ਨ ਕੋਈ ਜੀਉ ਅਕੇਲਾ। ਉੱਥੇ ਹੋਰ ਕੋਈ ਰਾਖਾ ਨਹੀਂ ਹੈ, ਇਕੱਲੇ ਜੀਵ ਨੂੰ ਹੀ ਦੁੱਖ ਭੋਗਣੇ ਪੈਂਦੇ ਹਨ। ਪੜ ਪੜ ਅਗਨ ਸਾਗਰ ਦੇ ਲਹਿਰੀ। ਭੜਕ ਭੜਕ ਕੇ ਅੱਗ ਦਾ ਸਮੁੰਦਰ ਲਹਿਰਾਂ ਦਿੰਦਾ ਹੈ, ਅਤੇ ਪੜ ਦੱਜਹ ਗੁ ਮਨ ਮੁਖਤਾਈ ਹੈ। ਮਨਮੁਖਤਾ ਵਾਲੇ ਜੀਵ ਇਸ ਵਿੱਚ ਪੈ ਕੇ ਸੜ ਬਲ ਕੇ ਕੋਲੇ ਹੋ ਜਾਂਦੇ ਹਨ। ਗੁਰ ਪੈ ਮੁਕਤ ਦਾਨ ਦੇ ਪਾਣ। ਗੁਰੂ ਦੇ ਪਾਸ ਮੁਕਤੀ ਦਾ ਦਾਨ, ਪਰ ਆਪਣੇ ਹੁਕਮ ਰਜਾ ਅਨੁਸਾਰੋ ਮੁਕਤੀ ਦਾਨ ਦਿੰਦੇ ਨੇ। ਜਿਨ ਪਾਇਆ ਸੋਈ ਬਿਦ ਜਾਣੈ। ਜਿਸ ਨੇ ਦਾਨ ਪਾਇਆ ਉਹੀ ਇਸ ਜੁਗਤੀ ਨੂੰ ਜਾਣ ਸਕਦਾ ਹੈ। ਪੁਰਾਣਾਂ ਦੇ ਅਨੁਸਾਰ ਇੱਕ ਨਰਕ ਜੋ 1000 ਯੋਜਨ ਤਪੀ ਹੋਈ ਜ਼ਮੀਨ ਉੱਪਰ, ਉੱਥੇ ਇੱਕ ਸੰਘਣਾ ਜੰਗਲ ਹੈ ਜਿਸ ਵਿੱਚ ਦਰਖਤਾਂ ਦੇ ਪੱਤੇ ਤਲਵਾਰ ਵਰਗੇ ਤਿੱਖੇ, ਜੋ ਪਾਪੀਆਂ 'ਤੇ ਡਿੱਗ ਕੇ ਅੰਗ ਕੱਟ ਦਿੰਦੇ ਨੇ। ਬੜਾ ਦੁੱਖਾਂ ਭਰਿਆ ਉਹ ਰਸਤਾ ਹੈ। ਜਿਨ ਪਾਇਆ ਤਨ ਪੁੱਛਹੁ ਪਾਈ। ਮਹਾਰਾਜ ਹੁਣ ਕੀ ਕਰੀਏ? ਕਹਿੰਦੇ ਹੇ ਭਾਈ, ਜਿਹੜਾ ਮੁਕਤੀ ਦਾ ਦਾਨ ਹੈ ਗੁਰੂ ਸਾਹਿਬ ਬਖਸ਼ਦੇ ਨੇ। ਜਿਨ੍ਹਾਂ ਨੇ ਦਾਤ ਨੂੰ ਪਾਇਆ ਤੁਸੀਂ ਉਹਨਾਂ ਸੰਤਾਂ ਨੂੰ ਜਾ ਕੇ ਪੁੱਛੋ, ਮਤਲਬ ਸੰਤਾਂ ਦੇ ਚਰਨੀ ਢਹਿ ਪਓ। ਸਤ ਸੋਖਾ ਸਤਿਗੁਰ ਸੇਵ ਕਮਾਈ ਹੈ। ਉਹ ਤੁਹਾਨੂੰ ਸਤਿਗੁਰੂ ਦੀ ਸੇਵਾ
ਕਮਾਉਣ ਦੀ ਜਾਚ ਦੱਸ ਦੇਣਗੇ, ਜਿਸ ਕਰਕੇ ਤੁਸੀਂ ਲੋਕ ਪਰਲੋਕ ਵਿੱਚ ਸੁਖੀ ਹੋ ਜਾਓਗੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਦੀ ਦਾਤ ਮਿਲੇਗੀ। ਗੌਰ ਬਿਨਾ ਉਰਜ ਮਰਹਿ ਬੇਕਾਰਾ। ਜੀਵ ਕਾਰਾਂ ਦੇ ਵਿੱਚ ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਿਨਾਂ ਫਸ ਕੇ ਮਰ ਜਾਂਦੇ ਨੇ। ਜਮ ਸਿਰ ਮਾਰੇ ਕਰੇ ਖੁਆਰਾ। ਇਸੇ ਕਰਕੇ ਯਮਦੂਤ ਉਹਨਾਂ ਨੂੰ ਸਿਰ ਤੋਂ ਪਕੜ ਕੇ ਮਾਰਦਾ ਤੇ ਨਰਕ 'ਚ ਪਾ ਕੇ ਖਰਾਬ ਕਰਦਾ ਹੈ। ਬਾਧੇ ਮੁਕਤ ਨਹੀਂ ਨਰ ਨਿੰਦਕ। ਔਗਣਾ 'ਚ ਬੰਨੇ ਨਿੰਦਿਆ ਕਰਨ ਵਾਲੇ ਨਿੰਦਕ ਪੁਰਖ ਛੁੱਟ ਨਹੀਂ ਸਕਦੇ ਜਮਾਂ ਦੀ ਮਾਰ ਤੋਂ। ਡੂਬਹਿ ਨਿੰਦ ਪਰਾਈ ਹੈ। ਉਹ ਪਰਾਈ ਨਿੰਦਿਆ ਕਰਕੇ ਸੰਸਾਰ ਸਮੁੰਦਰ ਵਿੱਚ ਜਾਂ ਨਿੰਦਾ ਰੂਪ ਨਦੀ ਵਿੱਚ ਡੁੱਬੇ ਹੋਏ ਹਨ। ਬੋਲੋ ਸਾਚ ਪਛਾਣੋ ਅੰਦਰ। ਇਸ ਲਈ ਬੋਲ ਹਰ ਨਾਮ ਸਫਲ ਸਾ ਕਰੀ। ਸੱਚ ਬੋਲੋ, ਨਾਮ ਵਾਹਿਗੁਰੂ ਬੋਲੋ ਅਤੇ ਹਿਰਦੇ ਵਿੱਚ ਸਾਖੀ ਰੂਪ ਨੂੰ ਪਹਿਚਾਨਣਾ ਕਰੋ। ਦੂਰ ਨਹੀਂ ਦੇਖੋ ਕਰ ਨੰਦਰ। ਜੇਕਰ ਵਿਚਾਰ ਦ੍ਰਿਸ਼ਟੀ ਕਰਕੇ ਵੇਖੋ ਤਾਂ ਉਹ ਪਰਮਾਤਮਾ ਦੂਰ ਨਹੀਂ ਹੈ। ਬਿਗਨ ਨਹੀਂ ਗੁਰਮੁਖ ਤਰ ਤਾਰੀ। ਗੁਰਮੁਖਾਂ ਦੀ ਸੰਗਤ ਕਰਕੇ ਜਾਂ ਮੁਖੀ ਗੁਰਾਂ ਦੀ ਸੰਗਤ ਦੇ ਵਿੱਚ ਤਾਰੀ ਮਾਰ ਕੇ ਭਗਤੀ ਰੂਪ ਬੇੜੀ ਉੱਪਰ ਚੜ੍ਹ ਕੇ ਤਰਨਾ ਕਰੋ। ਇਉਂ ਭਵ ਜਲ ਪਾਰ ਲੰਘਾਈ ਹੈ। ਇਉਂ ਰੁਕਾਵਟ ਨਹੀਂ ਪਾ ਸਕਣਗੇ ਫਿਰ ਵਿਘਨ। ਤੇ ਇਸ ਤਰੀਕੇ ਨਾਲ ਗੁਰੂ ਸਾਹਿਬ ਜੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦੇ ਹਨ। ਦੇਹ ਅੰਦਰ ਨਾਮ ਨਿਵਾਸੀ। ਇਹ ਦੇਹ ਦੇ ਵਿੱਚ ਹੀ ਪਰਮੇਸ਼ਰ ਦਾ ਨਾਮ ਵਸ ਰਿਹਾ। ਵਾਸ਼ਨਾ ਤੋਂ ਰਹਿਤ ਨਾਮੀ ਪਰਮਾਤਮਾ ਵਸਦਾ। ਆਪੇ ਕਰਤਾ ਹੈ ਅਬਨਾਸੀ। ਉਹ ਪਰਮਾਤਮਾ ਆਪ ਹੀ ਰਚਨਹਾਰ, ਆਪ ਹੀ ਨਾਸ਼ ਤੋਂ ਰਹਿਤ ਹੈ। ਜੀ ਨਾ ਜੀਓ ਮਰੈ ਨਾ ਮਾਰੇ ਅਜਾਈ। ਪ੍ਰਭੂ ਦੇ ਵਿੱਚ ਲੇਵ ਲਾਉਣ ਵਾਲਾ ਜੀਵ ਨਾ ਤਾਂ ਮਰਦਾ ਹੈ ਅਤੇ ਨਾ ਹੀ ਕਿਸੇ ਯਮ ਆਦਿਕਾਂ ਦੁਆਰਾ ਮਾਰਿਆ ਜਾਂਦਾ ਹੈ। ਘਰ ਦੇਖੈ ਸ਼ਬਦ ਰਜਾਈ ਹੈ। ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦੇ ਨੇ ਉਹਨਾਂ ਦੇ ਉੱਪਰ ਰਜ਼ਾ ਦਾ ਮਾਲਕ ਆਪਣੀ ਮਿਹਰ ਦੀ ਦ੍ਰਿਸ਼ਟੀ ਕਰਕੇ ਵੇਖਦਾ ਹੈ। ਉਹ ਨਿਰਮਲ ਹੈ ਨਾਹੀ ਅੰਧਿਆਰਾ। ਉਹ ਵਾਹਿਗੁਰੂ ਮਲ ਵਿਖੇਪ ਅਵਰਨ ਅਵਿਦਿਆ ਆਦਿ ਮੈਲ ਤੋਂ ਰਹਿਤ ਉਜਲ ਸਰੂਪ ਤੇ ਉਹਦੇ ਵਿੱਚ ਗਿਆਨ ਦਾ ਹਨੇਰਾ ਨਹੀਂ ਹੈ। ਉਹ ਆਪੇ ਤਖਤ ਬਹ ਸਚਿਆਰਾ। ਉਹ ਸੱਚਾ ਪਰਮਾਤਮਾ ਆਪ ਹੀ ਸੰਗਤ ਰੂਪੀ ਤਖਤ, ਸਰੂਪ ਰੂਪੀ ਤਖਤ ਤੇ ਬੈਠਦਾ। ਸਭਨਾਂ ਦੇ ਅੰਤःਕਰਨ ਰੂਪੀ ਤਖਤ ਤੇ ਸਾਖੀ ਰੂਪ ਹੋ ਕਰਕੇ ਬੈਠਦਾ ਹੈ। ਸਾਗਦ ਕੋੜੇ ਬੰਦ ਪਵਾਈਆ ਹੈ। ਕਠੋਰ ਚਿੱਤ ਵਾਲੇ ਝੂਠੇ ਪੁਰਖ ਹੰਗਤਾ ਮਮਤਾ 'ਚ ਬੰਨੇ ਹੋਏ ਜੂਨਾਂ ਜਾਂ ਨਰਕਾਂ 'ਚ ਫੇਰੇ ਜਾਂਦੇ ਨੇ। ਮਰ ਜਨਮ ਹੈ ਆਈ ਜਾਈ ਹੈ। ਉਹ ਮਰਦੇ ਜੰਮਦੇ ਹੋਏ ਆਉਂਦੇ ਜਾਂਦੇ ਰਹਿੰਦੇ ਹਨ। ਗੁਰ ਕੇ ਸੇਵਕ ਸਤਿਗੁਰ ਪਿਆਰੇ। ਪਰ ਸਤਿਗੁਰੂ ਜੀ ਦੇ ਸੇਵਕ ਸਤਿਗੁਰੂ ਜੀ ਨੂੰ ਜਾਂ ਸੱਚੇ ਅਕਾਲ ਪੁਰਖ ਨੂੰ ਵੀ ਪਿਆਰੇ ਲੱਗਦੇ ਨੇ। ਓਏ ਬੈਸਾ ਤਖਤ ਸੋ ਸ਼ਬਦ ਵਿਚਾਰੇ। ਉਹ ਦਾਸ ਸਾਧ ਸੰਗਤ ਜਾਂ ਸਰੂਪ ਰੂਪੀ ਤਖਤ ਤੇ ਬੈਠਦੇ ਤੇ ਉਹ ਗੁਰ ਉਪਦੇਸ਼ ਜਾਂ ਬ੍ਰਹਮ ਦੀ ਵਿਚਾਰ ਕਰਦੇ ਹਨ। ਤਤ ਲਹ ਹੈ ਅੰਤਰਗਤ ਜਾਣ ਹੈ। ਉਹ ਤਤ ਸਰੂਪ ਨੂੰ ਪ੍ਰਾਪਤ ਕਰਦੇ ਨੇ, ਹਿਰਦੇ ਦੇ ਅੰਦਰ ਹੀ ਜਾਣਦੇ ਨੇ ਜਾਂ ਅੰਤਰਾ ਭੇਦ ਨੂੰ ਨਾਸ਼ ਕਰਕੇ ਤਤ ਸਰੂਪ ਨੂੰ ਪ੍ਰਾਪਤ ਕਰਨਾ ਜਾਣਦੇ ਨੇ। ਸਤ ਸੰਗਤ ਸਾਚ ਵਡਾਈ ਹੈ। ਸਤ ਸੰਗਤ ਕਰਕੇ ਉਹਨਾਂ ਨੂੰ ਸਰੂਪ ਦੀ ਪ੍ਰਾਪਤੀ ਰੂਪ ਸੱਚੀ ਵਡਿਆਈ ਪ੍ਰਾਪਤ ਹੁੰਦੀ ਹੈ। ਆਪ ਤਰੈ ਜਨ ਪਿਤਰਾ ਤਾਰੇ। ਉਹ ਗੁਰਮੁਖ ਆਪ ਵੀ ਤਰ ਜਾਂਦੇ ਅਤੇ ਆਪਣੇ ਸੇਵਕਾਂ ਪਿਤਰਾਂ ਬਾਪ ਦਾਦਾ ਆਦਿਕ ਕੁਲਾਂ ਨੂੰ ਵੀ ਤਾਰ ਲੈਂਦੇ ਹਨ। ਸੰਗਤ ਮੁਕਤ ਸੋ ਪਾਰੇ ਉਤਾਰੇ। ਉਹਨਾਂ
ਗੁਰਮੁਖਾਂ ਦੀ ਸੰਗਤ ਕਰਨ ਵਾਲੇ ਵੀ ਮੁਕਤੀ ਨੂੰ ਪ੍ਰਾਪਤ ਹੋ ਜਾਂਦੇ। ਉਹੋ ਜਿਹੇ ਗੁਰਮੁਖ ਹੋਰਨਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦਿੰਦੇ ਹਨ। ਨਾਨਕ ਤਿਸ ਕਾ ਲਾਲਾ ਗੋਲਾ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਨੇ ਕਿ ਮੈਂ ਤਿਸ ਭਾਈ ਮਰਦਾਨਾ ਜੀ, ਬਾਲਾ ਜੀ ਵਰਗੇ, ਭਾਈ ਲਾਲੋ ਜੀ ਵਰਗੇ ਲਾਲਾਂ ਦਾ, ਦਾਸਾਂ ਦਾ ਗੋਲਾ ਦਾਸ ਹੋਣਾ ਕਰਾਂ। ਜਿਨ ਗੁਰਮੁਖ ਹਰ ਲਿਵ ਲਾਈ ਹੈ। ਜਿਸ ਨੇ ਗੁਰਮੁਖ ਬਣ ਕੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਦੇ ਵਿੱਚ ਬਿਰਤੀ ਲਾਉਣਾ ਕੀਤੀ ਹੈ। ਸਭ ਤੋਂ ਵੱਡੀ ਅਵਸਥਾ ਵਾਲੇ ਗੁਰਮੁਖ ਬੇਬੇ ਨਾਨਕੀ ਜੀ ਸਨ। ਵੇਖੋ, ਸਾਰੀ ਉਮਰ ਉਹਨਾਂ ਨੂੰ ਚੇਤਾ ਹੀ ਨਹੀਂ ਆਇਆ ਕਿ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲੋਂ ਬੱਚੇ ਦੀ ਦਾਤ ਮੰਗ ਲਵਾਂ। ਅਤੇ ਮਹਾਰਾਜ ਨੇ ਵੀ ਉਹਨਾਂ ਦੀ ਝੋਲੀ ਆਪ ਦਾ ਵੱਡਾ ਸਾਹਿਬਜ਼ਾਦਾ ਪਾ ਦਿੱਤਾ ਵੀ ਲਓ ਬੇਬੇ ਜੀ। ਕਿੰਨੀ ਉੱਚੀ ਅਵਸਥਾ ਹੋਊਗੀ ਉਸ ਬੀਬੀ ਦੀ, ਮੈਂ ਹਮੇਸ਼ਾ ਹੀ ਸੋਚ ਕੇ ਹੈਰਾਨ ਰਹਿੰਦਾ। ਬਾਬੇ ਸ੍ਰੀ ਚੰਦ ਨੂੰ ਕਹਿੰਦੇ ਆਪ ਦਾ ਪੁੱਤ ਸਮਝ ਕੇ ਪਾਲੋ, ਇਹ ਬੱਚੇ ਤੁਹਾਨੂੰ ਹੀ ਦਿੱਤੇ ਨੇ ਰੱਬ ਨੇ ਬੇਬੇ ਜੀ। ਮੇਰੀ ਡਿਊਟੀ ਤਾਂ ਹੋਰ ਲਾਈ ਹੈ ਪਰਮਾਤਮਾ ਨੇ, ਮੈਨੂੰ ਛੁੱਟੀ ਦਿਓ, ਖੁਸ਼ੀ ਦਿਓ, ਮੈਂ ਹੁਣ ਸੰਸਾਰ ਦੇ ਭਲੇ ਲਈ ਜਾਣਾ ਹੈ। ਐਸੇ ਗੁਰਮੁਖਾਂ ਦੇ ਚਰਨਾਂ ਦੀ ਸ਼ਰਨ ਸਾਨੂੰ ਮਿਲੇ। ਸੋ ਜਿਨ੍ਹਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਲਿਵ ਲਾਉਣਾ ਕੀਤੀ ਹੈ, ਸਮਾਪਤੀ ਹੈ ਜੀ। ਭੁੱਲਾਂ ਚੁੱਕਾ ਖਿਮਾ ਗੁਰੂ, ਅੱਗੇ ਤੋਂ ਸਮਤ ਬਖਸ਼ੋ। ਆਪ ਦਰੈ ਜਨ ਪਿਤਰਾ ਤਾਰੇ, ਸੰਗਤ ਮੁਕਤਾ ਸੋ ਪਾਰੇ ਉਤਾਰੇ। ਨਾਨਕ ਤਿਸ ਕਾ ਲਾਲਾ ਗੋਲਾ, ਜਿਨ ਗੁਰਮੁਖ ਹਰ ਲਿਵ ਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਾ